ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਇਹਨਾਂ ਦਿਨਾਂ ਦੇ ਵਿੱਚ ਜਿੱਥੇ ਮਹਾਮਾਰੀ ਦਾ ਦੌਰ ਹੈ ਜਾਂ ਮਹਾਮਾਰੀ ਨਾਲ ਮੁਕਾਬਲਾ ਹੋ ਰਿਹਾ ਹੈ, ਉੱਥੇ ਲਦਾਖ ਦੇ ਬਾਰਡਰ ਤੇ ਚੀਨ ਨਾਲ ਵੀ ਜਿਹੜਾ ਵਿਵਾਦ ਹੈ, ਤਣਾਅ ਹੈ, ਜੰਗ ਵਰਗੀ ਸਥਿਤੀ ਹੈ, ਝੜਪ ਹੋ ਚੁੱਕੀ ਹੈ, 20 ਜਵਾਨ ਸ਼ਹੀਦ ਹੋ ਚੁੱਕੇ ਨੇ। ਤੇ ਨਾਲ ਹੀ ਭਾਰਤੀ ਜਨਤਾ ਪਾਰਟੀ, ਮੋਦੀ ਸਾਹਿਬ, ਅਮਿਤ ਸ਼ਾਹ ਤੇ ਬਾਕੀ ਲੀਡਰ ਭਾਰਤੀ ਜਨਤਾ ਪਾਰਟੀ ਦੇ, ਤੇ ਦੂਜੇ ਪਾਸੇ ਰਾਹੁਲ ਗਾਂਧੀ, ਸੋਨੀਆ ਗਾਂਧੀ, ਰਣਦੀਪ ਸੁਰਜੇਵਾਲਾ ਤੇ ਹੋਰ ਜਿਹੜੇ ਸਿੰਘ ਵੀ, ਅਭਿਸ਼ੇਕ ਮਨੂ ਸਿੰਘ ਵਰਗੇ ਹੋਰ ਬਹੁਤ ਲੀਡਰ ਜਿਹੜੇ ਕਾਂਗਰਸ ਦੇ ਲਗਾਤਾਰ ਅਟੈਕ ਕਰ ਰਹੇ ਨੇ। ਇਉਂ ਲੱਗਦਾ ਹੈ ਕਈ ਫਰੰਟ ਤੇ ਲੜਾਈ ਹੋ ਰਹੀ ਹੈ, ਸ਼ਬਦਾਂ ਦੀ ਜੰਗ ਹੋ ਰਹੀ ਹੈ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ, ਤੇ ਬਾਰਡਰ ਤੇ ਦੋਨੇ ਫੌਜਾਂ ਆਮੋ ਸਾਹਮਣੇ ਨੇ, ਇਉਂ ਲੱਗ ਰਿਹਾ ਹੈ। ਔਰ ਇਹਦੇ ਵਿੱਚ ਜਦੋਂ ਮਨ ਕੀ ਬਾਤ ਕੀਤੀ ਮੋਦੀ ਸਾਹਿਬ ਨੇ ਕੱਲ, ਤੇ ਉਹਨਾਂ ਨੇ ਕਿਹਾ ਸਪਸ਼ਟ ਵੀ ਅਸੀਂ ਲਦਾਖ 'ਚ ਢੁਕਵਾਂ ਜਵਾਬ ਦਿੱਤਾ ਹੈ। ਭਾਰਤ ਦੋਸਤੀ ਨਿਭਾਉਣ ਵੀ ਜਾਣਦਾ ਹੈ ਤੇ ਦੁਸ਼ਮਣੀ ਵੀ, ਇਹ ਗੱਲ ਕੀਤੀ। ਪਰ ਦੂਜੇ ਪਾਸੇ ਸੁਰਜੇਵਾਲਾ ਕਹਿੰਦਾ 33 ਮਿੰਟ ਦੇ ਭਾਸ਼ਣ ਦੇ ਵਿੱਚ ਇੱਕ ਵਾਰੀ ਚੀਨ ਦਾ ਨਾਮ ਨਹੀਂ ਲਿਆ ਗਿਆ। ਤੇ ਉਸ ਤੋਂ ਪਹਿਲਾਂ ਰਾਹੁਲ ਗਾਂਧੀ ਜੀ ਟਵੀਟ ਕਰਦੇ ਨੇ ਕਿ ਬਹੁਤ ਹੋ ਗਈ ਮਨ ਕੀ ਬਾਤ, ਦੇਸ਼ ਦੀ ਰੱਖਿਆ ਦੀ ਗੱਲ ਵੀ ਕਰ ਲਈਏ। ਤੇ ਪਹਿਲਾਂ ਜਦੋਂ ਗੱਲ ਹੁੰਦੀ ਸੀ ਇਸ ਤਰ੍ਹਾਂ ਦੀ, ਤਾਂ ਦੋ ਕਾਰਨਾਂ ਕਰਕੇ ਕਾਂਗਰਸ ਪਾਰਟੀ ਜਿਹੜੀ ਹੈ ਉਹ ਡਿਫੈਂਸਿਵ ਹੋ ਜਾਂਦੀ ਸੀ। ਪਹਿਲਾ ਕਾਰਨ ਕਿ 1962 'ਚ ਕੀ ਕੀਤਾ ਤੁਸੀਂ, ਤੁਹਾਡੀ ਸਰਕਾਰ ਸੀ, ਤੇ ਕਿੰਨਾ ਜਿਹੜਾ ਹੈ ਏਰੀਆ ਭਾਰਤ ਦਾ ਚੀਨ ਦੇ ਕਬਜ਼ੇ 'ਚ ਚਲਾ ਗਿਆ। ਦੂਜੀ ਗੱਲ, ਰਾਜੀਵ ਗਾਂਧੀ ਫਾਊਂਡੇਸ਼ਨ, ਕਿੰਨਾ ਪੈਸਾ ਲਿਆ ਤੁਸੀਂ। ਤੇ ਕੱਲ ਇਹਨਾਂ ਨੇ ਵੀ ਉਸ ਦਾ ਤੋੜ ਕੱਟ ਲਿਆ, ਤੇ ਉਹਦੇ ਵਿੱਚ ਕਿਹਾ ਇਹ ਗਿਆ ਕਾਂਗਰਸ ਵੱਲੋਂ ਕਿ ਮੋਦੀ ਸਾਹਿਬ ਨੇ ਜਿਹੜਾ PM ਕੇਅਰ ਫੰਡ ਬਣਾਇਆ, ਉਹਦੇ ਵਿੱਚ ਚੀਨੀ ਕੰਪਨੀਆਂ ਤੋਂ ਕਾਫੀ ਪੈਸਾ ਲਿਆ। ਹੁਆਵੇਈ ਤੋਂ 7 ਕਰੋੜ। ਇਹ ਹੁਆਵੇਈ ਉਹ ਕੰਪਨੀ ਹੈ ਜਿਹਦੀ ਸਿੱਧਾ ਸੰਬੰਧ ਕਹਿੰਦੇ ਨੇ ਪੀਪਲਜ਼ ਲਿਬਰੇਸ਼ਨ ਆਰਮੀ ਨਾਲ ਹੈ। ਟਿਕਟੌਕ ਤੋਂ 30 ਕਰੋੜ, PTM ਤੋਂ 100 ਕਰੋੜ, ਇਹ 30% ਸ਼ੇਅਰ ਨੇ ਚੀਨ ਦੇ। ਓਪੋ ਤੋਂ 1 ਕਰੋੜ ਔਰ Xiaomi ਤੋਂ 15 ਕਰੋੜ। ਗੱਲ ਕੀ ਪੂਰੀ ਲਿਸਟ ਦੇਤੀ ਕਿ ਇੰਨਾ ਪੈਸਾ ਤੁਸੀਂ ਇਹਨਾਂ ਦਿਨਾਂ 'ਚ ਚੀਨ ਤੋਂ ਲਿਆ। ਇੱਕ ਪਾਸੇ ਚੀਨ ਨਾਲ ਲੜਾਈ ਦੀਆਂ ਗੱਲਾਂ ਕਰਦੇ ਹੋ। ਸੋ ਰਾਜੀਵ ਗਾਂਧੀ ਫਾਊਂਡੇਸ਼ਨ ਔਰ PM ਕੇਅਰ ਫੰਡ, ਇਹ ਲੜਾਈ ਉਹਨਾਂ ਦੀ ਬਰਾਬਰ। ਲੇਕਿਨ ਅਦਰਵਾਈਜ਼ ਜੋ ਕੁਝ ਹੋ ਰਿਹਾ ਬਾਰਡਰ ਤੇ, ਉਹ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਹੈ। ਮੋਦੀ ਸਾਹਿਬ ਕਹਿੰਦੇ ਨੇ ਅਸੀਂ ਜਵਾਬ ਵੀ ਢੁਕਵਾਂ ਦੇਤਾ ਤੇ ਕਿਸੇ ਨੇ ਕੋਈ ਕਬਜ਼ਾ ਨਹੀਂ ਕੀਤਾ। ਇਸ ਨੂੰ ਟਰਾਂਸਲੇਟ ਕਰਕੇ ਸਾਰੇ ਚੀਨ ਦੇ ਵਿੱਚ ਮੋਦੀ ਸਾਹਿਬ ਦੇ ਭਾਸ਼ਣ ਨੂੰ ਸੁਣਾਇਆ ਗਿਆ, ਕਿਉਂਕਿ ਉਹਨਾਂ ਦੇ ਹੱਕ 'ਚ ਜਾਂਦੀ ਗੱਲ। ਦੂਜੇ ਪਾਸੇ ਸੈਟੇਲਾਈਟ ਫਿਲਮਾਂ ਕੀ ਕਹਿੰਦੀਆਂ ਨੇ, ਪਿਕਚਰਾਂ ਕੀ ਕਹਿੰਦੀਆਂ ਨੇ ਕਿ ਉਹਨਾਂ ਨੇ ਤਾਂ ਹੈਲੀਪੈਡ ਬਣਾਉਣਾ ਸ਼ੁਰੂ ਕੀਤਾ। ਤੇ ਇਸ ਤੋਂ ਪਹਿਲਾਂ ਕਿ ਮੈਂ ਅੱਜ ਦੇ ਮਹਿਮਾਨ ਜਿਹੜੇ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਤੁਹਾਡਾ ਤਾਰਫ ਕਰਾਵਾਂ ਔਰ ਇਹ ਦੱਸਾਂ ਕਿ ਮੀਡੀਆ ਕੀ ਕਹਿੰਦਾ ਹੈ, ਉੱਥੇ ਹੈਲੀਪੈਡ ਕਿਵੇਂ ਬਣ ਰਿਹਾ ਹੈ, ਕਿੱਥੇ ਬਣ ਰਿਹਾ ਹੈ, ਇਹ ਸਾਰੀਆਂ ਗੱਲਾਂ ਤੋਂ ਪਹਿਲਾਂ ਤਾਂ ਮੋਦੀ ਸਾਹਿਬ ਨੂੰ ਸੁਣ ਲਓ, ਫਿਰ ਰਾਹੁਲ गांधी जी ਨੂੰ ਸੁਣ ਲਓ, फिर आप आगे गल बढ़ावांगे। चाइना ने हिंदुस्तान की जमीन छीनी है, हमारी जमीन हड़पी है। प्रधानमंत्री जी, आप चुप क्यों हैं? आप कहां छुप गए हैं? आप बाहर आइए। पूरा देश, हम सब आपके साथ खड़े हैं, एक साथ खड़ा हुआ है आपके साथ देश। बाहर आइए, देश को सच्चाई बताइए, डरिए मत कि साडी 1 इंच जमीन ते भी किसी ने कब्जा नहीं किया। ये उत्थे लड़ाई चलती है। लेकिन तुसी स्टिल देखोगे ਜਿਹਦੇ 'ਚ ਕਿਹਾ ਗਿਆ ਕਿ ਜਿਹੜੇ ਚਾਈਨੀਜ਼ ਹੁਣ ਉਹਨਾਂ ਨੇ ਜਿਹੜਾ ਹੈਲੀਪੈਡ ਬਣਾਉਣਾ ਸ਼ੁਰੂ ਕਰਤਾ। ਇਹ ਸਾਰਾ ਕੁਝ ਜਿਹੜਾ ਚੱਲ ਰਿਹਾ, ਇਹਦੇ ਤੇ ਆਪਾਂ ਅੱਜ ਚਰਚਾ ਕਰਨੀ ਹੈ। ਤੇ ਚਰਚਾ ਕਰਨ ਲਈ ਸਾਡੇ ਨਾਲ ਜੁੜੇ ਨੇ ਆਮ ਆਦਮੀ ਪਾਰਟੀ ਤੋਂ ਗੁਰਵਿੰਦਰ ਸਿੰਘ ਢਿੱਲੋਂ ਸਾਹਿਬ, ਤੇ ਭਾਰਤੀ ਜਨਤਾ ਪਾਰਟੀ ਤੋਂ ਸਾਡੇ ਨਾਲ ਜੁੜੇ ਨੇ ਅਸ਼ੋਕ ਭਾਰਤੀ ਜੀ, ਐਡਵੋਕੇਟ ਅਸ਼ੋਕ ਭਾਰਤੀ ਜੀ, ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਾਡੇ ਨਾਲ ਸ਼ਾਮਲ ਹੋਣਗੇ, ਸਰਦਾਰ ਰਾਜਵੰਤ ਸਿੰਘ ਮਹਾਲਾ ਸਾਹਿਬ ਔਰ ਰਣ ਸਿੰਘ ਧਾਲੀਵਾਲ, ਡਾਕਟਰ ਰਣ ਸਿੰਘ ਧਾਲੀਵਾਲ,
ਨਿਰਪੱਖ ਟਿੱਪਣੀਕਾਰ ਦੇ ਤੌਰ ਤੇ ਆਉਣਗੇ ਤੇ ਕਾਂਗਰਸ ਦੇ ਨੁਮਾਇੰਦੇ ਡਾਕਟਰ ਹਰਜੋਤ ਕਮਲ, ਸਾਨੂੰ ਉਹਨਾਂ ਦਾ ਜਿਹੜਾ ਹੈ ਸੁਨੇਹਾ ਆਇਆ ਸੀ ਕਿ ਮੈਂ ਸ਼ਾਮਲ ਹੋਣਾ, ਜਾਂ ਉਹਨਾਂ ਨੇ ਪਾਰਟੀ ਨੇ ਡਿਊਟੀ ਲਗਾਈ ਸੀ ਉਹਨਾਂ ਦੀ, ਲੇਕਿਨ ਕੁਝ ਮਿੰਟ ਪਹਿਲਾਂ ਜੁੜਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਨਹੀਂ, ਮੇਰੀ ਤਿਆਰੀ ਨਹੀਂ ਹੈ, ਮੈਂ ਗੱਲ ਨਹੀਂ ਕਰ ਸਕਦਾ। ਤੋ ਆ ਜਿਹੜੇ ਤੁਹਾਡੇ ਸਕਰੀਨ ਤੇ ਤੁਸੀਂ ਦੇਖ ਰਹੇ ਹੋ, ਇਹਦੇ ਚ ਇੰਡੀਅਨ ਐਕਸਪ੍ਰੈਸ ਦੀ ਕਟਿੰਗ ਜਿਹੜੀ ਦਿਖਾਈ ਜਾ ਰਹੀ ਹੈ, ਜਿਸ ਚ ਸਪਸ਼ਟ ਲਿਖਿਆ, ਇੱਕ ਵੱਡਾ ਪੇਪਰ ਹੈ ਕਿ ਉੱਥੇ ਹੈਲੀਪੈਡ ਬਣ ਰਿਹਾ ਹੈ ਔਰ ਉਹਨਾਂ ਨੇ ਜਿਹੜੀ ਪੈਟਰੋਲਿੰਗ ਇੰਡੀਆ ਦੇ ਏਰੀਏ 'ਚ ਵਧਾਤੀ ਤੇ ਕਲੇਮ ਕਰ ਰਹੇ ਨੇ ਇੰਡੀਆ ਦਾ ਕੁਝ ਏਰੀਆ ਕਿ ਸਾਡਾ ਏਰੀਆ। ਸੋ ਇਹ ਸਾਰੇ ਦੇ ਵਿੱਚ ਆਪਾਂ ਚਰਚਾ ਕਰਨੀ ਹੈ। ਚਰਚਾ ਦੀ ਸ਼ੁਰੂਆਤ ਢਿੱਲੋਂ ਸਾਹਿਬ ਤੁਹਾਡੇ ਤੋਂ ਕਰ ਰਹੇ ਆ, ਆਮ ਆਦਮੀ ਪਾਰਟੀ ਤੋਂ, ਵਿਰੋਧੀ ਧਿਰ ਤੋਂ। ਕੀ ਕਹਿੰਦੇ ਨੇ ਢਿੱਲੋਂ ਸਾਹਿਬ ਇਸ ਮਾਮਲੇ ਦੇ ਵਿੱਚ? ਵਾਲੀਆ ਸਾਹਿਬ, ਪਤਾ ਨਹੀਂ ਤਾਂ ਸਮਾਂ ਬਦਲ ਗਿਆ, ਪਤਾ ਨਹੀਂ ਇਹ ਰਾਜਨੀਤਿਕ ਪਾਰਟੀਆਂ ਜਾਂ ਇਹਨਾਂ ਦੇ ਲੀਡਰ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਕਿੰਨੇ ਕੁ ਚੁਸਤ ਤੇ ਚਲਾਕ ਹੋ ਗਏ ਕਿ ਦੇਸ਼ ਦੇ ਲੋਕਾਂ ਨੂੰ ਇਹ ਮੂਰਖ ਸਮਝਣ ਲੱਗ ਪਏ। ਇਹ ਗੱਲ ਸਮਝ ਤੋਂ ਬਾਹਰ ਹੀ ਹੋ ਗਈ ਇੱਕ ਤਰ੍ਹਾਂ ਦੀ। ਉਹ ਵੇਖੋ, ਜਿਹੜੀ ਸ਼ਬਦੀ ਜੰਗ ਚੱਲਦੀ ਆ ਉਹਦੇ ਵਿੱਚ ਕਾਂਗਰਸ ਵਾਲੇ ਕਹਿੰਦੇ ਆ ਕਿ PM ਕੇਅਰ ਫੰਡ ਦੇ ਵਿੱਚ ਚੀਨ ਨੇ ਦੀਆਂ ਕੰਪਨੀਆਂ ਤੋਂ ਬੜਾ ਵੱਡਾ ਦਾਨ ਲਿਆ ਗਿਆ, ਤੇ ਜਿਹੜੇ BJP ਵਾਲੇ ਆ ਉਹ ਕਹਿੰਦੇ ਆ ਕਿ ਰਾਜੀਵ ਗਾਂਧੀ ਫਾਊਂਡੇਸ਼ਨ ਨੂੰ ਚੀਨ ਨੇ ਜਿਹੜਾ ਹੈ ਉਹ ਬਹੁਤ ਵੱਡਾ ਫੰਡ ਦਿੱਤੇ ਆ। ਹੁਣ ਇਹਨਾਂ ਜੋ ਕਿਹਦੇ ਤੇ ਭਰੋਸਾ ਕੀਤਾ ਜਾਵੇ, ਕਿਹਦੇ ਤੇ ਨਾ ਕੀਤਾ ਜਾਵੇ। ਦੇਖੋ, ਰਾਜ ਭਾਗ ਤਾਂ ਜਿੱਥੇ BJP ਚਲਾਉਂਦੀ ਆ ਉੱਥੇ ਕਾਂਗਰਸ ਨੇ ਵੀ ਲੰਬਾ ਸਮਾਂ ਦੇਸ਼ ਦੇ ਵਿੱਚ ਰਾਜ ਭਾਗ ਚਲਾਇਆ ਹੈ। ਜਿੱਥੋਂ ਤੱਕ ਪ੍ਰਧਾਨ ਮੰਤਰੀ ਜੀ ਦੀ ਗੱਲ ਆਉਂਦੀ ਆ, ਪ੍ਰਧਾਨ ਮੰਤਰੀ ਜੀ ਕਹਿੰਦੇ ਕਿ ਸਾਡਾ 1 ਇੰਚ ਵੀ ਕਿਸੇ ਨੇ ਨਾ ਦੱਬਿਆ ਤੇ ਨਾ ਕੋਈ ਐਸੀ ਕੋਈ ਟੈਨਸ਼ਨ ਹੈ। ਤੇ ਜੇ ਉੱਥੇ ਟੈਨਸ਼ਨ ਨਹੀਂ ਹੈ ਵਾਲੀਆ ਸਾਹਿਬ, ਤਾਂ ਫਿਰ ਸਾਡੇ 20 ਜਵਾਨ ਸ਼ਹੀਦ ਕਿਸ ਤਰ੍ਹਾਂ ਹੋ ਗਏ, ਕਿਉਂ ਕਰ ਦਿੱਤੇ ਚੀਨ ਨੇ? ਜੇ ਟੈਨਸ਼ਨ ਸੀ ਤਾਂ ਹੀ ਹੋਏ ਨਾ। ਸਾਡੇ ਤਾਂ ਜਵਾਨਾਂ ਦੀ ਜਾਨ ਚਲੀ ਗਈ, ਜਿਨ੍ਹਾਂ ਦੇ ਉਹ ਬੱਚੇ ਸੀ, ਜਿਨ੍ਹਾਂ ਦੇ ਭਰਾ ਸੀ, ਜਿਨ੍ਹਾਂ ਦੇ ਉਹ ਕਮਾਈ ਦੇ ਕਰਨ ਵਾਲੇ ਮੁੱਖ ਮੈਂਬਰ ਸੀਗੇ, ਉਹਨਾਂ ਪਰਿਵਾਰਾਂ ਨੂੰ ਜਾਣੀਏ। ਪ੍ਰਧਾਨ ਮੰਤਰੀ ਨੇ ਛੋਟੀ ਜਿਹੀ ਗੱਲ ਨਾਲ ਇੱਕ ਨਾਲ ਮੁਕਾ ਦਿੱਤੀ ਗੱਲ ਕਿ ਉੱਥੇ ਤਾਂ ਸਾਡੀ 1 ਇੰਚ ਵੀ ਜਗ੍ਹਾ ਨਾ ਚੀਨ ਨੇ ਛੇੜੀ ਹੈ ਤੇ ਨਾ ਚੀਨ ਸਾਡੇ ਅੰਦਰ ਆਏ ਆ। ਉਸ ਤੋਂ ਬਾਅਦ ਉਹਨਾਂ ਪ੍ਰਮੁੱਖ ਅਖਬਾਰ ਦੀ ਟਿੱਪਣੀ ਦੇਖੋ ਕਿੰਨੀ ਵੱਡੀ ਹੈ। ਇਹ ਅਖਬਾਰ ਕੋ ਮਾੜਾ ਮੋਟਾ ਅਖਬਾਰ ਤਾਂ ਹੈ ਨਹੀਂਗਾ। ਉਹਨੇ ਸਪਸ਼ਟ ਲਿਖਿਆ ਕਿ ਹੈਲੀਪੈਡ ਬਣ ਰਿਹਾ ਹੈ। ਹੁਣ ਦੇਖੋ, ਜਾਂ ਤਾਂ ਇੱਥੇ ਪ੍ਰਧਾਨ ਮੰਤਰੀ ਸ਼ਰੇਆਮ ਝੂਠ ਬੋਲੀ ਤੁਰੇ ਜਾਂਦੇ ਆ, ਤੇ ਜਾਂ ਫਿਰ ਕਾਂਗਰਸ ਵਾਲਿਆਂ ਨੂੰ ਕਿਸੇ ਅਸਲੀਅਤ ਦਾ ਪਤਾ ਨਹੀਂਗਾ। ਹੁਣ ਬਾਰਡਰ ਤੇ ਜਿਹੜੀ ਗੱਲ ਹੈ, ਆਫਟਰ ਆਲ ਕੁਛ ਤਾਂ ਉੱਥੇ ਹੋਇਆ ਨਾ ਜੀ। ਸਾਡੇ 20 ਜਵਾਨ ਸ਼ਹੀਦ ਐਵੇਂ ਤਾਂ ਨਹੀਂ ਹੋ ਗਏ। 20 ਜਵਾਨ ਸ਼ਹੀਦਾਂ ਦੀਆਂ ਫੋਟੋਆਂ ਸਾਡੇ ਪਰਿਵਾਰਾਂ ਦੇ ਵਿੱਚ ਆਈਆਂ, ਸਭ ਨੂੰ ਪਤਾ ਲੱਗਿਆ ਕਿ ਸਾਡੇ 20 ਜਵਾਨ ਸ਼ਹੀਦ ਹੋ ਗਏ। ਲੇਕਿਨ ਮੈਨੂੰ ਪ੍ਰਧਾਨ ਮੰਤਰੀ ਦੀ ਕਿਸੇ ਵੀ ਗੱਲ ਤੇ ਭਰੋਸਾ ਜਾਂ ਯਕੀਨ ਨਹੀਂ ਜਦੋਂ ਕਹਿੰਦੇ ਕਿ ਅਸੀਂ 43 ਉਹਨਾਂ ਦੇ ਸ਼ਹੀਦ ਕਰ ਦਿੱਤੇ ਜੀ। ਮੈਨੂੰ ਨਹੀਂ ਲੱਗਦਾ ਢਿੱਲੋਂ ਸਾਹਿਬ, ਪਟਿਆਲੇ ਦਾ ਇੱਕ ਹੋਰ ਹੋਇਆ, ਆਪਾਂ ਆਪਦੇ ਨੂੰ ਤਾਂ ਘੱਟੋ ਘੱਟ ਯਾਦ ਕਰੀਏ। ਸਲੀਮ ਖਾਂ ਹੋਇਆ, ਉਹਨੂੰ ਕੱਲ ਹੀ ਇਸ ਤੇ ਖਾਕ ਕੀਤਾ ਇੱਥੇ ਪਟਿਆਲੇ ਦੇ ਲਾਗੇ ਦਾ ਲਾਸਟ ਨਾਈਟ। ਮੇਰੀ ਅਜੇ ਵਾਲੀਆ ਜੀ ਗੱਲ ਨਹੀਂ ਨਾ ਮੁੱਕੀ ਨਾ ਜੀ, ਮੈਂ ਅਜੇ ਗੱਲ ਜਾਰੀ ਰੱਖ ਰਿਹਾ ਜੀ। ਉਸ ਟੈਨਸ਼ਨ ਤੋਂ ਬਾਅਦ ਇਹ ਟੈਨਸ਼ਨ ਚੱਲਦੀ ਸੀ ਕਿ ਸਾਡਾ ਪਟਿਆਲੇ ਦਾ ਇੱਕ ਹੋਰ ਨੌਜਵਾਨ ਸਲੀਮ ਖਾਨ ਜੀ ਤਾਂ ਤੁਸੀਂ ਲੈ ਰਹੇ ਹੋ, ਨਾਂ ਲੈ ਰਹੇ ਹੋ, ਉਹ ਵੀ ਸ਼ਹੀਦੀ ਪਾ ਗਏ। ਇਹ ਉੱਤੇ ਟੈਨਸ਼ਨ ਨਹੀਂ ਤਾਂ ਸਾਡੇ ਨੌਜਵਾਨ ਜਿਹੜੇ ਫੌਜ ਦੇ ਜਵਾਨ ਫੌਜੀ ਨੇ ਕਿਉਂ ਸ਼ਹੀਦੀਆਂ ਪਾ ਰਹੇ ਨੇ? BJP ਵਾਲਿਆਂ ਕੋਲ ਇਸ ਗੱਲ ਦਾ ਜਵਾਬ ਹੈ। ਜੇ ਉੱਤੇ ਟੈਨਸ਼ਨ ਹੈ ਤਾਂ ਫਿਰ ਪ੍ਰਧਾਨ ਮੰਤਰੀ ਕਿਉਂ ਛੁਪਾ ਰਹੇ ਨੇ? ਇਹ ਦੋਨੋਂ ਗੱਲਾਂ ਨੇ ਜੀ। ਬਿਲਕੁਲ, ਪ੍ਰਧਾਨ ਮੰਤਰੀ ਕਿਉਂ ਲੋਕਾਂ ਨੂੰ ਛੁਪਾਉਂਦੇ ਨੇ? ਲੋਕਾਂ ਨੂੰ, ਭਾਰਤੀਆਂ ਨੂੰ, ਭਾਰਤ ਦੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਅਸਲੀਅਤ ਤੋਂ ਜਾਣੂ ਕਿਉਂ ਨਹੀਂ ਕਰਵਾ ਰਹੇ? ਪ੍ਰਧਾਨ ਮੰਤਰੀ ਝੂਠ ਤੇ ਝੂਠ ਕਿਉਂ ਬੋਲ ਰਹੇ ਨੇ? ਢਿੱਲੋਂ ਸਾਹਿਬ, ਇਹ ਆਪਾਂ ਜਵਾਬ ਵੀ ਲਵਾਂਗੇ, ਲੇਕਿਨ ਅੱਜ ਕੱਲ ਝੂਠ ਬੋਲਣਾ ਬਹੁਤ ਔਖਾ ਹੈ। ਅੱਜ ਕੱਲ ਤਾਂ ਜਿਹੜਾ, ਕਿਉਂਕਿ ਸੈਟੇਲਾਈਟ ਸਾਰਾ ਕੁਝ ਦੱਸ ਦਿੰਦਾ, ਇਹ ਸਭ ਨੂੰ ਪਤਾ ਵੀ ਕੀ ਹੋ ਰਿਹਾ ਹੈ। ਔਰ ਪ੍ਰਧਾਨ ਮੰਤਰੀ ਹੁਣ ਸ਼ਰੇਆਮ ਕਹੀ ਜਾਂਦੇ ਕਿ ਸਾਡੀ 1 ਇੰਚ ਜਗ੍ਹਾ ਨਹੀਂ ਹੋਈ, ਨਾ ਚਾਈਨਾ ਅੰਦਰ ਆਇਆ, ਫਿਰ ਇਹ ਝੂਠ ਨਹੀਂ ਕਵਾਂਗੇ, ਇਹਨੂੰ ਕੀ ਕਵਾਂਗੇ ਵਾਲੀਆ ਜੀ? ਇਹੀ ਤਾਂ ਪ੍ਰੋਬਲਮ ਹੈ ਨਾ। ਦੂਜੇ ਪਾਸੇ ਲੈਫਟੀਨੈਂਟ ਜਨਰਲ HS ਪਨਾਗ ਨੇ ਜੋ ਕਿਹਾ ਜਾਂ ਲਿਖਿਆ, ਤੇ ਉਹ ਵੀ ਆਪਾਂ ਨੂੰ ਪਤਾ ਸਵਾਲ ਕੀਤਾ ਜਾ ਸਕਦਾ ਜਦੋਂ ਕਿਸੇ ਟਾਈਮ। ਅੱਜ ਤਾਂ ਸਵਾਲ ਕਰਨ ਤੇ ਵੀ ਕੋਈ ਕਈ ਵਾਰੀ ਇਹ ਹੁੰਦਾ ਕਿ ਤੁਸੀਂ ਦੇਸ਼ ਨੂੰ ਇਸ ਮੌਕੇ ਇਸ ਤਰ੍ਹਾਂ ਦੇ ਸਵਾਲ ਨਾ ਕਰੋ। ਅਕਸਰ ਰਾਹੁਲ ਗਾਂਧੀ ਨੂੰ ਕਿਹਾ ਜਾਂਦਾ ਹੈ, ਪਰ ਮੇਰੇ ਯਾਦ ਹੈ ਭਾਰਤੀ ਜਨਤਾ ਪਾਰਟੀ ਦੀ ਇੱਕ ਫੈਕਟ ਫਾਈਂਡਿੰਗ ਟੀਮ ਮੌਕੇ ਤੇ ਗਈ ਸੀ, ਇੱਕ ਟਾਈਮ ਐਸਾ ਸੀ। ਐਨੀਵੇ, ਆਪਾਂ ਕਰਦੇ ਹਾਂ, ਦੁਬਾਰਾ ਆਉਣਾ ਤੁਹਾਡੇ ਕੋਲ।
ਸ਼੍ਰੋਮਣੀ ਅਕਾਲੀ ਦਲ ਦੇ ਰਾਜਵੰਤ ਸਿੰਘ ਮਾਲਾ ਸਾਹਿਬ, ਤੁਸੀਂ ਕੀ ਕਹੋਗੇ ਇਸ ਇਸ਼ੂ ਤੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਜਿਹੜਾ ਦੇਸ਼ ਦੀਆਂ ਸਰਹੱਦਾਂ ਦਾ ਮਾਮਲਾ, ਉਹ ਸਮੁੱਚੇ ਦੇਸ਼ ਦਾ ਮਾਮਲਾ। ਦੇਸ਼ ਦੀਆਂ ਸਰਹੱਦਾਂ ਤੇ ਸ਼ਹੀਦ ਹੋਣ ਵਾਲੇ ਸਾਡੇ ਸੈਨਿਕ ਵੀਰ ਸਮੁੱਚੇ ਦੇਸ਼ ਦੇ ਸ਼ਹੀਦ ਨੇ। ਸਾਨੂੰ ਉਹਨਾਂ ਸਾਰਿਆਂ ਦਾ ਸਨਮਾਨ ਹਮੇਸ਼ਾ ਕਰਦੇ ਰਹਿਣਾ ਚਾਹੀਦਾ। ਜਦ ਦੇਸ਼ ਦੇ ਅੰਦਰ ਅਸੀਂ ਸੁਰੱਖਿਅਤ ਬੈਠੇ ਹਾਂ, ਉਹ ਸਾਡੇ ਨੌਜਵਾਨਾਂ ਦੀਆਂ ਉੱਥੇ ਦਿੱਤੀਆਂ ਕੁਰਬਾਨੀਆਂ, ਉਹਨਾਂ ਦਾ ਉੱਥੇ ਦਿੱਤਾ ਪਹਿਰਾ ਕਰਕੇ ਦੇਸ਼ ਸੁੱਖ ਤੇ ਚੈਨ ਦੀ ਨੀਂਦ ਸੌਂ ਰਿਹਾ। ਔਰ ਜਿੱਥੋਂ ਤੱਕ ਸਵਾਲ ਅੱਜ ਦੇ ਇਸ ਸਵਾਲ ਦਾ ਕਿ ਲਦਾਖ ਦੇ ਵਿੱਚ ਗਲਵਾਨ ਘਾਟੀ ਤੇ ਜੋ ਕੁਝ ਹੋਇਆ, ਸਾਡੇ 20 ਸੈਨਿਕ ਸ਼ਹੀਦ ਹੋਏ, ਜੋ ਗੱਲਾਂ ਆਪੋਜੀਸ਼ਨ ਦੇ ਲੀਡਰ ਰਾਹੁਲ ਗਾਂਧੀ ਜੀ ਵੱਲੋਂ ਬੋਲੀਆਂ ਗਈਆਂ, ਮੈਂ ਹੈਰਾਨ ਹੁੰਨਾ ਕਈ ਵਾਰ ਇਹਨਾਂ ਗੱਲਾਂ ਤੇ ਕਿ ਰਾਹੁਲ ਗਾਂਧੀ ਜੀ ਕਹਿੰਦੇ ਨੇ ਕਿ ਚਾਈਨਾ ਨੇ ਸਾਡੀ ਜ਼ਮੀਨ ਹੜਪ ਲਈ, ਜ਼ਮੀਨ ਛੀਨ ਲਈ, ਸਾਡੇ 20 ਸੈਨਿਕ ਸ਼ਹੀਦ ਕਰਤੇ। ਦੇਸ਼ ਦੇ ਪ੍ਰਧਾਨ ਮੰਤਰੀ ਜੀ ਬਾਹਰ ਆਈਏ, ਬੋਲੀਏ, ਡਰੀਏ ਮਤ। ਤੇ ਜੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਬਾਹਰ ਆ ਕੇ ਬੋਲਦੇ ਨੇ ਕਿ ਸਾਡੀ ਜ਼ਮੀਨ ਤੇ ਕਿਸੇ ਨੇ ਕੋਈ ਕਬਜ਼ਾ ਨਹੀਂ ਕੀਤਾ, ਕੋਈ ਇੱਥੇ ਘੁਸਿਆ ਹੋਇਆ ਨਹੀਂ, ਕੋਈ ਇੱਥੇ ਘੁਸ ਨਹੀਂ ਸਕਦਾ, ਔਰ ਸਾਡੀ ਹਰ ਵਕਤ ਉੱਤੇ ਪੈਣੀ ਨਜ਼ਰ ਹੈ, ਤੇ ਫਿਰ ਉਹ ਗੱਲ ਮੰਨਣ ਨੂੰ ਤਿਆਰ ਨਹੀਂ। ਮੈਂ ਤਾਂ ਸਮਝ ਨਹੀਂ ਆਉਂਦੀ ਵੀ ਉਹ ਦੇਸ਼ ਨੂੰ ਲੈ ਕੇ ਕਿੱਧਰ ਨੂੰ ਜਾਣਾ ਚਾਹੁੰਦੇ ਨੇ। ਤੇ ਕੁਝ ਇਹੋ ਜਿਹੀਆਂ ਗੱਲਾਂ ਸਿਰਫ ਇਸ ਇਸ਼ੂ ਦੇ ਉੱਤੇ ਨਹੀਂ, ਪਹਿਲਾਂ ਵੀ ਇਹ ਗੱਲਾਂ ਕਾਂਗਰਸ ਪਾਰਟੀ ਹਮੇਸ਼ਾ ਇਹੋ ਜਿਹੇ ਸਵਾਲ ਪੁੱਛਦੀ ਰਹੀ, ਚਾਹੇ ਉਹ ਸਰਜੀਕਲ ਸਟ੍ਰਾਈਕ ਹੋਈ, ਉਦੋਂ ਵੀ ਉਹਨਾਂ ਨੇ ਇਹੋ ਜਿਹੇ ਬੇਹੂਦਾ ਸਵਾਲ ਕੀਤੇ ਕਿ ਸਾਨੂੰ ਉਹਦੇ ਸਬੂਤ ਚਾਹੀਦੇ ਨੇ। ਕਦੇ ਸੈਨਾ ਵੱਲੋਂ ਕੀਤੀ ਸਟ੍ਰਾਈਕ ਦੇ ਵੀ ਸਬੂਤ ਮੰਗਦਾ। ਦੇਸ਼ ਦੇ ਲੋਕਾਂ ਨੂੰ ਸੈਨਾ ਤੇ ਭਰੋਸਾ, ਦੇਸ਼ ਦੇ ਲੋਕਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਤੇ ਭਰੋਸਾ ਵੀ ਜੋ ਉੱਥੇ ਹੋਇਆ ਉਹ ਠੀਕ ਹੋਇਆ, ਪਰ ਇਹਨਾਂ ਕੱਲਿਆਂ ਨੂੰ ਭਰੋਸਾ ਨਹੀਂ ਕਾਂਗਰਸ ਵਾਲੇ ਵੀਰਾਂ ਨੂੰ। ਇਹ ਗੱਲ ਸਮਝ ਤੋਂ ਬਾਹਰ ਦੀ ਆ ਜੀ। ਮੈਨੂੰ ਨਹੀਂ ਸਮਝ ਆਉਂਦੀ ਵੀ ਇਹ ਦੇਸ਼ ਤੋਂ ਇਹਦੀਆਂ ਗੱਲਾਂ ਲੈ ਕੇ ਗਾਂ ਕਿਹਨੂੰ ਦੇਣੀਆਂ ਚਾਹੁੰਦੇ ਆ ਤੇ ਕੀ ਉਹਦੇ ਚੋਂ ਕੱਢਣਾ ਚਾਹੁੰਦੇ ਆ। ਦੂਜੀਆਂ ਗੱਲਾਂ ਉਦੋਂ ਬਾਅਦ ਦੀਆਂ ਜੀ। ਸਭ ਤੋਂ ਪਹਿਲਾਂ ਸਾਡੇ ਜਿਹੜੇ ਦੇਸ਼ ਦੇ ਸੈਨਿਕ ਵੀਰ ਉੱਥੇ ਲੜਦੇ ਨੇ, ਉਹਨਾਂ ਦਾ ਮਾਣ ਤੇ ਸਨਮਾਨ, ਦੇਸ਼ ਦੇ ਸੈਨਿਕਾਂ ਦਾ ਹੌਸਲਾ ਉੱਚਾ ਕਰਨਾ ਚਾਹੀਦਾ। ਜਿਹੜੀਆਂ ਇਹ ਗੱਲਾਂ ਰਾਜਨੀਤੀ ਦੀਆਂ, ਇਹ ਇਲੈਕਸ਼ਨ ਦੇ ਟਾਈਮ ਤੇ ਹੋਣੀਆਂ ਚਾਹੀਦੀਆਂ। ਇਹੋ ਜਿਹੀ ਟੈਨਸ਼ਨ ਦੇ ਟਾਈਮ ਤੇ ਉਹਨੂੰ ਡੀਮੋਰਲਾਈਜ਼ ਕਰਕੇ ਸੈਨਾ ਨੂੰ ਡੀਮੋਰਲਾਈਜ਼ ਕਰਨਾ, ਇਹ ਮੇਰੇ ਖਿਆਲ ਮੈਨੂੰ ਨਹੀਂ ਲੱਗਦਾ ਦੇਸ਼ ਦੇ ਨਾਲ ਕੋਈ ਦੇਸ਼ ਦੇ ਹਿੱਤ ਦੀ ਗੱਲ, ਇਹ ਦੇਸ਼ ਦੇ ਖਿਲਾਫ ਦੀ ਗੱਲ ਨਹੀਂ। ਬਿਲਕੁਲ ਤੁਹਾਡੀ ਗੱਲ ਮੈਂ ਇਸ ਕਰਕੇ ਕਹਿਣਾ ਕਿ ਜਿਹੜਾ ਤੁਸੀਂ ਸਵਾਲ ਉਠਾਏ ਨੇ, ਇਹਦਾ ਜਵਾਬ ਤਾਂ ਕਾਂਗਰਸ ਦੇ ਨੁਮਾਇੰਦੇ ਨੇ ਦੇਣਾ ਸੀ, ਤੇ ਕਾਂਗਰਸ ਦਾ ਨੁਮਾਇੰਦਾ ਲਾਸਟ ਮੂਮੈਂਟ ਤੇ ਜੁੜ ਕੇ ਜਿਹੜਾ ਸਾਡੇ ਨਾਲ ਉਸ ਤੋਂ ਬਾਅਦ ਬੈਕਆਊਟ ਕਰਕੇ ਜਾ ਰਿਹਾ। ਮੈਨੂੰ ਸੱਚਮੁੱਚ ਇਸ ਗੱਲ ਦਾ ਅਫਸੋਸ ਹੈ, ਔਰ ਮੈਂ ਇਹ ਸਾਰੇ ਦਰਸ਼ਕਾਂ ਨਾਲ ਇਹ ਅਫਸੋਸ ਸਾਂਝਾ ਕਰਦਾ ਕਿ ਕਾਂਗਰਸ ਨੂੰ ਇਸ ਡਿਬੇਟ ਦੇ ਵਿੱਚ ਆਉਣਾ ਚਾਹੀਦਾ ਸੀ, ਕਿਉਂਕਿ ਸਾਡੇ ਲੋਕ ਜਿਹੜੇ ਆਮ ਲੋਕ ਨੇ, ਪਿੰਡਾਂ ਦੇ ਲੋਕ ਨੇ, ਸਭ ਨੂੰ ਪਤਾ ਹੈ ਕਿ ਚੜ੍ਹਦੀ ਕਲਾ ਟਾਈਮ ਟੀਵੀ TRP, ਮੈਂ ਉਵੇਂ ਨਹੀਂ ਬੋਲ ਰਿਹਾ, ਇਹ ਫੈਕਟ ਦੱਸਦਾ ਵੀ TRP ਦੇ ਲੈਵਲ ਤੇ ਚੜ੍ਹਦੀ ਕਲਾ ਟਾਈਮ ਟੀਵੀ ਕਿੱਥੇ ਸਟੈਂਡ ਕਰਦਾ, ਕਿੰਨਾ ਜਿਹੜਾ ਹੈ ਇਹ ਦੇਖਿਆ ਜਾਂਦਾ ਪਿੰਡਾਂ 'ਚ। ਉਹਨਾਂ ਨੂੰ ਵੀ ਤਾਂ ਘੱਟੋ ਘੱਟ ਗੱਲ ਦੀ ਸੱਚਾਈ ਦਾ ਪਤਾ ਲੱਗੇ। ਇਸ ਕਰਕੇ ਸਾਰੀਆਂ ਪਾਰਟੀਆਂ ਨੂੰ ਆਪਣੀ ਰਿਸਪੌਂਸਿਬਿਲਿਟੀ ਸਮਝਣੀ ਚਾਹੀਦੀ ਹੈ। ਐਨੀਵੇ, ਇਸ ਤੋਂ ਪਹਿਲਾਂ ਕਿ ਮੈਂ ਨਿਰਪੱਖ ਸਾਡੇ ਜਿਹੜੇ ਅੱਜ ਦੇ ਟਿੱਪਣੀਕਾਰ ਨੇ ਡਾਕਟਰ ਰਣ ਸਿੰਘ ਧਾਲੀਵਾਲ, ਉਹਨਾਂ ਕੋਲ ਜਾਵਾਂ। ਅਸ਼ੋਕ ਭਾਰਤੀ, ਐਡਵੋਕੇਟ ਅਸ਼ੋਕ ਭਾਰਤੀ, ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਨੇ, ਉਹ ਕਿਉਂਕਿ ਲਗਾਤਾਰ ਇਸ ਇਸ਼ੂ ਦਾ ਜਵਾਬ ਵੀ ਦੇ ਰਹੇ ਨੇ ਔਰ ਗੱਲ ਚੱਲ ਵੀ ਰਹੀ ਹੈ। ਇਹ ਹਰ ਰੋਜ਼ ਹੋ ਰਹੀ ਹੈ, ਸ਼ਬਦ ਦੀ ਜਗ੍ਹਾ ਇੱਕ ਦਿਨ ਦੀ ਨਹੀਂ। ਜਿਸ ਦਿਨ ਤੱਕ ਇਹ ਚਾਈਨਾ ਨਾਲ ਵਿਵਾਦ ਸ਼ੁਰੂ ਹੋਇਆ, ਲਗਭਗ ਹਰ ਰੋਜ਼ 1-2 ਟਵੀਟ ਜਿਹੜੇ ਨੇ ਰਾਹੁਲ ਗਾਂਧੀ ਜੀ ਦੇ ਆ ਰਹੇ ਨੇ ਔਰ ਮੋਦੀ ਸਾਹਿਬ ਤੇ ਅਟੈਕ ਹੋ ਰਿਹਾ ਔਰ ਮੋਦੀ ਸਾਹਿਬ ਜਵਾਬ ਦੇ ਰਹੇ ਨੇ। ਐਡਵੋਕੇਟ ਭਾਰਤੀ ਸਾਹਿਬ, ਕੀ ਕਹੋ? ਵਾਲੀਆ ਜੀ, ਗੱਲ ਇਹ ਹੈ, ਮਾਲਾ ਸਾਹਿਬ ਨੇ ਜਿਹੜੀ ਗੱਲ ਕਹੀ ਕਾਫੀ ਗੱਲ ਸਾਰੀ ਕਲੀਅਰ ਕਰਤੀ, ਲੇਕਿਨ ਢਿੱਲੋਂ ਸਾਹਿਬ ਮੈਂ ਗੱਲ ਤੁਹਾਨੂੰ ਦੱਸਦੇ ਹਾਂ ਕਿ ਮੋਦੀ ਸਾਹਿਬ ਨੇ ਕਦੇ ਨਹੀਂ ਕਿਹਾ ਕਿ ਸਾਡੇ ਜਵਾਨ ਸ਼ਹੀਦ ਨਹੀਂ ਹੋਏ। ਜਿਹੜੇ ਜਵਾਨ ਸ਼ਹੀਦ ਹੋਏ ਬਕਾਇਦਾ ਉਹਨਾਂ ਦੀ ਲਿਸਟ ਆਈ, ਬਕਾਇਦਾ ਉਹਨਾਂ ਦਾ ਕ੍ਰੀਮੇਸ਼ਨ ਸਰਕਾਰੀ ਮਾਨ ਸਨਮਾਨ ਨਾਲ ਹੋਈ, ਲੋਕਾਂ ਨੇ ਸ਼ਰਧਾਂਜਲੀ ਦਿੱਤੀ, ਆਫੀਸਰ, ਮਿਨਿਸਟਰ, MLA ਕਿਸੇ ਵੀ ਪਾਰਟੀ ਦੇ ਸੀ, ਸਾਰੇ ਜਾ ਕੇ ਉੱਥੇ ਸ਼ਰਧਾਂਜਲੀ ਦੇ ਕੇ ਆਏ। ਪੰਜਾਬ ਦੇ ਵੀ ਸਾਡੇ 4 ਪਹਿਲਾਂ ਹੋਏ, ਇੱਕ ਕੱਲ ਪਟਿਆਲੇ ਹੋਇਆ, ਸਾਰਿਆਂ ਨੇ ਕਿਹਾ। ਔਰ ਚਾਈਨਾ ਦੇ ਵੀ 40, 45, 50 ਦੇ ਕਰੀਬ ਹੋਏ ਆ, ਲੇਕਿਨ ਉਹਨਾਂ ਨੇ ਲਿਸਟ ਜਾਰੀ ਨਹੀਂ ਕੀਤੀ। ਉਹਨਾਂ ਦੇ ਸੋਸ਼ਲ ਮੀਡੀਆ ਤੇ ਜੋ ਆ ਰਹੀਆਂ ਖਬਰਾਂ, ਉਹਨਾਂ ਮੁਤਾਬਕ ਲੋਕਾਂ 'ਚ ਅਨਰੈਸਟ ਵੀ ਉਧਰ ਹੈਗਾ ਕਿ ਉਹ ਕਹਿ ਰਿਹਾ ਕਿ ਸਾਡੇ ਵੀ ਜਵਾਨਾਂ ਦਾ ਆਉਣਾ ਚਾਹੀਦਾ। ਇੱਧਰ ਇੰਡੀਆ 'ਚ ਤਾਂ ਮਾਨ ਸਨਮਾਨ ਹੋਇਆ। ਦੂਜੀ ਗੱਲ, ਜੇ ਟੈਨਸ਼ਨ ਦੀ ਗੱਲ ਕਰੀਏ, ਟੈਨਸ਼ਨ ਤਾਂ ਹੈਗੀ ਹੈ। ਜੇ ਲੜਾਈ ਹੋਈ ਹੈ, ਇਟ ਮੀਨਸ ਟੈਨਸ਼ਨ ਹੈ।
ਹੁਣ ਫੌਜਾਂ ਚਾਈਨਾ ਦੇ ਬਾਰਡਰ ਦੇ ਉੱਤੇ ਉਹ ਆਪਣੇ ਤੌਰ ਤੇ ਆਪਦੀ ਸੈਨਿਕ ਤਿਆਰੀ ਤੇ ਹੈ, ਸਾਡੇ ਲੋਕ ਆਪਣੇ ਤੌਰ ਤੇ ਸੈਨਾ ਤਿਆਰੀ ਤੇ ਹੈ। ਲੇਕਿਨ ਇਹ ਗੱਲਾਂ ਨਾ ਸੈਨਾ ਡਿਸਕਲੋਜ਼ ਕਰੇ, ਨਾ ਮਿਨਿਸਟਰੀ ਲੈਵਲ ਤੇ ਗੱਲਾਂ ਡਿਸਕਲੋਜ਼ ਹੋਣ। ਮੈਂ ਪਹਿਲਾਂ ਵੀ ਇੱਕ ਗੱਲ ਡਿਬੇਟ ਤੇ ਕਹੀ ਸੀ ਕਿ ਅਸੀਂ ਜੋ ਡਿਪੈਂਡ ਹੈਗੇ ਆ, ਅਸੀਂ ਟੀਵੀ ਜਾਂ ਮੀਡੀਆ ਤੇ ਇਲੈਕਟ੍ਰੋਨਿਕ ਐਂਡ ਪ੍ਰਿੰਟ ਮੀਡੀਆ ਤੇ ਡਿਪੈਂਡ ਹੈਗੇ ਆ, ਅਸੀਂ ਉਹਨਾਂ ਦੀ ਗੱਲ ਕਰਦੇ ਹਾਂ। ਪਹਿਲਾਂ ਟੈਨਸ਼ਨ ਹੋਈ ਤਾਂ ਬਾਰਡਰ ਦੇ ਉੱਪਰ ਟੈਨਸ਼ਨ ਹੋਈ, ਜਿੱਥੇ ਲੜਾਈ ਮਾਰਕਟਾਈ ਨਾਲ ਉਹਨਾਂ ਦੇ ਵੀ ਮਾਰੇ ਗਏ, ਸਾਡੇ ਵੀ ਮਾਰੇ ਗਏ, ਉਹ ਵੀ ਤਿਆਰੀ ਕਰਦੇ ਹੋਣਗੇ। ਲੇਕਿਨ ਸੈਨਾ ਤੋਂ ਇਲਾਵਾ ਡਿਪਲੋਮੈਟਿਕ ਗੱਲਾਂ ਵੀ ਹੁੰਦੀਆਂ, ਜਿਸ ਕਰਕੇ ਪ੍ਰਾਈਮ ਮਿਨਿਸਟਰ ਨੂੰ ਜਾਂ ਬੜੇ ਲੋਕਾਂ ਨੂੰ ਜ਼ਿਆਦਾ ਬੋਲਣਾ ਵੀ ਨਹੀਂ ਚਾਹੀਦਾ, ਕਿਉਂਕਿ ਇਹ ਡਿਪਲੋਮੇਸੀ ਦੇ ਉੱਤੇ ਇਸ ਨੂੰ ਹਰ ਬੰਦਾ, ਹਰ ਦੇਸ਼ ਔਰ ਪੂਰਾ ਸੰਸਾਰ ਇਹਨਾਂ ਨੂੰ ਹੱਲ ਕਰਨਾ ਚਾਹੁੰਦਾ ਹੈ। ਹੁਣ ਜੇ ਮੈਂ ਕਾਂਗਰਸ ਦੀ ਗੱਲ ਕਰਾਂ ਤਾਂ ਕਾਂਗਰਸ ਨੇ ਇੱਕ ਗੱਲ ਬੜੀ ਐਡਮਿਟਡ ਫੈਕਟ ਹੈਗਾ, ਉਸ ਦਿਨ ਵੀ ਡਿਬੇਟ ਦੇ ਵਿੱਚ ਆਈ ਸੀ ਔਰ ਮੰਨਿਆ ਵੀ ਹੈ ਇਹਨਾਂ ਨੇ ਕਿ 2008 ਦੇ ਵਿੱਚ ਕਾਂਗਰਸ ਪਾਰਟੀ ਆਫ ਇੰਡੀਆ ਐਂਡ ਕਮਿਊਨਿਸਟ ਪਾਰਟੀ ਆਫ ਚਾਈਨਾ, ਇਹਨਾਂ ਦੇ ਵਿੱਚ MOU ਸਾਈਨ ਹੋਇਆ ਔਰ ਇੰਡੀਆ ਦੇ ਵਿੱਚੋਂ ਰਾਹੁਲ ਗਾਂਧੀ ਜੀ ਨੇ ਸਾਈਨ ਕੀਤੇ ਐਜ਼ ਜਨਰਲ ਸੈਕਟਰੀ, ਔਰ ਉਧਰ ਜੋ ਅੱਜ ਉਹਨਾਂ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਹੈਗੇ ਆ, ਉਹ ਜਨਰਲ ਸੈਕਟਰੀ ਸੀ, ਉਹਨਾਂ ਨੇ ਸਾਈਨ ਕੀਤੇ। ਔਰ ਉਸ ਦੇ ਵਿੱਚ ਮੈਂ ਥੋੜਾ ਜਿਹਾ ਇੱਕ ਵਰਡਿੰਗ ਜ਼ਰੂਰ ਪੜ੍ਹ ਕੇ ਸੁਣਾਉਂਗਾ। ਉਸ ਦੇ ਵਿੱਚ ਕੀ ਹੈ ਕਿ ਉਸ ਦੇ ਵਿੱਚ ਇਹ ਹੈ ਕਿ ਦੇ ਵਿਲ ਇੱਕ ਦੂਜੇ ਨੂੰ ਡਿਸਕਲੋਜ਼ ਕਰਨਗੇ ਬਾਈਲੈਟਰਲ, ਰੀਜਨਲ ਐਂਡ ਇੰਟਰਨੈਸ਼ਨਲ ਜੋ ਵੀ ਡਿਵੈਲਪਮੈਂਟਸ ਹੈਗੀਆਂ, ਔਰ ਨਾਲ ਹੀ ਸਪੈਸੀਫਿਕਲੀ ਟੂ ਦੀ ਕਾਂਗਰਸ ਪਾਰਟੀ ਐਂਡ ਗਾਂਧੀ ਫੈਮਿਲੀ। ਮੇਰੇ ਖਿਆਲ ਸ਼ਾਇਦ ਰਾਹੁਲ ਗਾਂਧੀ ਜੀ ਅੱਜ ਕੱਲ੍ਹ ਖਿਲਾਫ ਬੋਲ ਰਿਹਾ, ਇਹਨਾਂ ਨੂੰ ਉਧਰੋਂ ਚਾਈਨਾ ਤੋਂ ਚਾਈਨਾ ਦੀ ਭਾਸ਼ਾ ਬੋਲ ਰਹੇ ਹੈ। ਜਿਸ ਤਰ੍ਹਾਂ ਪਹਿਲਾਂ ਇੱਕ ਟਵੀਟ ਵੀ ਕਾਂਗਰਸ ਦੇ ਲੀਡਰ ਨੇ ਦਿੱਤਾ ਸੀਗਾ, ਅਧੀਤ ਰੰਜਨ ਚੌਧਰੀ ਨੇ, ਔਰ ਉਸ ਨੂੰ ਡਿਲੀਟ ਕਰਾਇਆ, ਉਹ ਚਾਈਨਾ ਦੇ ਖਿਲਾਫ ਦਿੱਤਾ ਸੀ, ਔਰ ਕਾਂਗਰਸ ਪਾਰਟੀ ਨੇ ਉਸ ਨੂੰ ਡਿਲੀਟ ਕਰਾ ਕੇ ਆਪਣਾ ਟਵੀਟ ਦਿੱਤਾ ਜਿਹੜਾ ਕਿ ਨਿਊਟਰਲ ਜਿਹਾ ਸੀਗਾ, ਚਾਈਨਾ ਦੇ ਫੇਵਰ 'ਚ ਸੀਗਾ ਜਾਂਦਾ ਕਾਫੀ ਹੱਦ ਤੱਕ। ਮੈਨੂੰ ਲੱਗਦਾ ਸ਼ਾਇਦ ਇਹ ਉਹਨਾਂ ਦੀ ਹੀ ਭਾਸ਼ਾ ਬੋਲ ਰਹੇ ਹੈ। ਜਿੱਥੇ ਤੱਕ ਤੁਸੀਂ ਇਹ ਗੱਲ ਕਹੀ ਕਿ ਰਾਜੀਵ ਗਾਂਧੀ ਫਾਊਂਡੇਸ਼ਨ ਦੀ ਜਾਂ ਜਿਹੜਾ PM ਕੇਅਰ ਫੰਡ ਦੀ, ਮੈਂ ਇਸ ਦੇ ਵਿੱਚ ਥੋੜਾ ਜਿਹਾ ਟਾਈਮ ਲਵਾਂਗਾ, ਜੇ ਤੁਸੀਂ ਕਹੋਗੇ ਤਾਂ ਇਹਦੀ ਮੈਂ ਬੈਕਗਰਾਉਂਡ 'ਚ ਜਾਣਾ ਚਾਹਣਾ। ਜੀ ਜੀ, ਕੋਈ ਗੱਲ 62 ਦੇ ਵਿੱਚ ਜਦੋਂ ਅਸੀਂ ਲੜਾਈ ਹਾਰੇ ਔਰ ਸਾਡਾ ਕਰੀਬ 40,000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਏਰੀਆ ਉਹਨਾਂ ਨੇ ਕਬਜ਼ੇ 'ਚ ਕਰ ਲਿਆ, ਉਸ ਤੋਂ ਬਾਅਦ ਸਾਡੇ ਉਹਨਾਂ ਨਾਲ ਰਿਲੇਸ਼ਨ ਟੁੱਟ ਗਏ ਸੀ, ਔਰ ਪਾਰਲੀਮੈਂਟ ਦੇ ਵਿੱਚ ਇਹ ਪਾਸ ਹੋਇਆ ਸੀ ਕਿ ਅਸੀਂ ਏਰੀਆ ਵਾਪਸ ਲਾਂਗੇ। ਔਰ 76 ਦੇ ਵਿੱਚ ਐਮਰਜੈਂਸੀ ਦੇ ਵਿੱਚ ਸ਼੍ਰੀਮਤੀ ਗਾਂਧੀ ਨੇ ਉਸ ਰਿਲੇਸ਼ਨ ਨੂੰ ਦੁਬਾਰਾ ਰਿਸਟੋਰ ਕੀਤਾ। 79 ਚ ਮੈਂ ਬੜੇ ਸ਼ੋਰਟ ਚ ਕਹੂੰਗਾ, 79 ਚ ਅਟਲ ਬਿਹਾਰੀ ਵਾਜਪਾਈ ਜਦੋਂ ਐਜ਼ ਫੋਰਨ ਮਿਨਿਸਟਰ ਸੀ ਚਾਈਨਾ ਗਏ ਪਹਿਲੀ ਵਾਰੀ, ਬਾਅਦ ਚ ਉਹਨਾਂ ਦੇ ਡੈਲੀਗੇਸ਼ਨ ਆਣੇ ਸ਼ੁਰੂ ਹੋ ਗਏ। ਐਡਵੋਕੇਟ ਸਾਹਿਬ ਮੈਂ ਤੁਹਾਨੂੰ ਥੋੜੀ ਕੰਪਨੀ ਦੀ ਗੱਲ ਮੈਂ ਸਮਝ, ਮੈਂ ਤੁਹਾਡੀ ਗੱਲ ਸਮਝ ਰਿਹਾ। ਮੈਂ ਇੰਨਾ ਕਹਿਣਾ ਐਡਵੋਕੇਟ ਸਾਹਿਬ, ਮੈਂ ਸਿਰਫ ਇੰਨਾ ਕਹਿਣਾ ਕਿ ਤੁਸੀਂ ਆਪਣਾ ਇਹ ਗੱਲ ਯਾਦ ਰੱਖਿਓ। ਐਡਵੋਕੇਟ ਅਸ਼ੋਕ ਭਾਰਤੀ ਦੱਸ ਰਹੇ ਸੀ ਰਾਜੀਵ ਗਾਂਧੀ ਫਾਊਂਡੇਸ਼ਨ ਬਾਰੇ, ਕਿਉਂਕਿ ਕਾਂਗਰਸ ਕੋਲ ਇੱਕ ਹੁਣ ਇਹਦਾ ਤੋੜ ਆਇਆ ਕਿ PM ਕੇਅਰ ਫੰਡ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਹੈ ਫੰਡ ਲਏ ਗਏ ਨੇ ਇਹਨਾਂ ਦਿਨਾਂ ਦੇ ਵਿੱਚ ਚੀਨ ਦੀਆਂ ਕੰਪਨੀਆਂ ਤੋਂ। ਸੋ ਕੀ ਕਹਿ ਰਹੇ ਸੀ ਭਾਰਤੀ ਸਾਹਿਬ ਤੁਸੀਂ? ਮੈਂ ਕਹਿ ਰਿਹਾ ਸੀ ਜਿਸ ਟਾਈਮ ਨਰਸਿਮਹਾ ਰਾਓ ਜੀ ਪ੍ਰਾਈਮ ਮਿਨਿਸਟਰ ਆਏ ਤਾਂ ਉਹਨਾਂ ਨੇ ਸਰਦਾਰ ਮਨਮੋਹਨ ਸਿੰਘ ਨੂੰ ਜਿਸ ਟਾਈਮ ਫਾਈਨਾਂਸ ਮਿਨਿਸਟਰ ਬਣਾਇਆ ਤਾਂ ਅਸੀਂ ਗਲੋਬਲਾਈਜੇਸ਼ਨ ਵੱਲ ਟੁੱਪੇ। ਔਰ ਜੇ ਯਾਦ ਹੋਵੇ ਮੇਰੇ ਸਾਥੀਆਂ ਨੂੰ ਤਾਂ ਇਹਨਾਂ ਨੂੰ ਧਿਆਨ ਹੋਏਗਾ ਕਿ ਗੈਟ ਜਨਰਲ ਐਗਰੀਮੈਂਟ ਆਫ ਟੈਰਿਫ ਐਂਡ ਟ੍ਰੀਟੀ ਜੋ ਸੀਗਾ, ਡੰਕਲ ਵੀ ਕਹਿੰਦੇ ਸੀ, ਡੰਕਲ ਸਮਝੌਤਾ, ਉਸ ਦੇ ਉੱਤੇ ਦੇਸ਼ ਦੇ ਵਿੱਚ ਐਜੀਟੇਸ਼ਨਾਂ ਹੋਈਆਂ ਸੀ ਕਿ ਇਹ ਸਮਝੌਤਾ ਸਾਡੇ ਤੇ ਲਾਗੂ ਨਹੀਂ ਹੋਣਾ ਚਾਹੀਦਾ। ਇੱਕ ਲੀਡਰ ਨੇ ਤਾਂ ਸ਼ਾਇਦ ਜਨਤਾ ਦਲ ਦਾ ਲੀਡਰ ਸੀ ਕਿ ਦਿਸ ਵਿਲ ਗੋਇੰਗ ਟੂ, ਅਸੀਂ ਸਲੇਵਰੀ ਵੱਲ ਜਾ ਰਹੇ ਹਾਂ, ਔਰ ਉਹ ਪਾਰਲੀਮੈਂਟ ਦੇ ਵਿੱਚ ਪਾਸ ਹੋਇਆ ਜਿਸ 'ਚ ਅਸੀਂ ਲਿਬਰਲਾਈਜੇਸ਼ਨ ਦੀ ਗੱਲ ਕੀਤੀ। ਜੇ ਵਾਲੀ ਤੁਹਾਡੇ ਯਾਦ ਹੋਵੇ ਪਹਿਲਾਂ ਕਿਸੇ ਦੀ ਜੇਬ 'ਚ ਚਾਈਨਾ ਦਾ ਪੈਨ ਹੁੰਦਾ ਸੀ ਨਾ, ਇੱਕ ਸਟੇਟਸ ਸਿੰਬਲ ਹੁੰਦਾ ਸੀ, ਬਾਕੀ ਚਾਈਨਾ ਦਾ ਪ੍ਰੋਡਕਟ ਕੋਈ ਨਹੀਂ ਆਉਂਦਾ ਸੀਗਾ ਸਾਡੇ। ਲੇਕਿਨ ਉਸ ਤੋਂ ਬਾਅਦ ਚਾਈਨੀਜ਼ ਪ੍ਰੋਡਕਟ ਆਣੇ ਸ਼ੁਰੂ ਹੋ ਗਏ ਔਰ ਕੰਪਨੀਆਂ ਵੀ ਆਣੇ ਸ਼ੁਰੂ ਹੋ ਗਏ। ਜਦੋਂ ਅਸੀਂ FDI ਦੀ ਗੱਲ ਕੀਤੀ ਕਿ ਹਿੰਦੁਸਤਾਨ ਦੇ ਵਿੱਚ ਵੱਧ ਤੋਂ ਵੱਧ ਹੋਵੇ ਔਰ ਚਾਈਨਾ ਨਾਲ ਵੀ ਸਾਡੇ ਰਿਲੇਸ਼ਨ ਹੋ ਗਏ, ਤਾਂ ਅਸੀਂ ਕਹੀਏ ਵੀ ਕਿ PTM ਅੱਜ ਆ ਗਈ ਜਾਂ ਫਲਾਨੀ ਆ ਗਈ, ਕੋਈ ਦੂਸਰੀ ਕੰਪਨੀ ਆ ਗਈ, ਕੰਪਨੀਆਂ ਆਈਆਂ। ਹੁਣ ਰਾਤ ਇਹਨਾਂ ਨੇ ਐਲੀਗੇਸ਼ਨ ਲਗਾਇਆ ਕਿ ਕੰਪਨੀਆਂ ਤੋਂ ਫੰਡ ਲਿਆ, ਚਾਈਨਾ ਤੋਂ ਫੰਡ ਨਹੀਂ ਲਿਆ। ਇਹ ਕੰਪਨੀਆਂ ਨੇ, ਮੈਨੂੰ ਨਹੀਂ ਪਤਾ ਕਿਉਂਕਿ ਰਾਤ ਹੀ ਗੱਲ ਆਈ ਆ, ਉਹਦਾ ਕੋਈ ਬੇਸ ਨਹੀਂ, ਕੋਈ ਆਧਾਰ ਨਹੀਂ। ਇੱਕ ਜ਼ੁਬਾਨੀ ਤੌਰ ਤੇ ਅਭਿਸ਼ੇਕ ਮਨੂ ਸਿੰਘਵੀ ਦਾ ਮੈਂ ਅੱਜ ਸਟੇਟਮੈਂਟ ਪੜ੍ਹੀ ਕਿ ਉਹਨਾਂ ਨੇ ਐਲੀਗੇਸ਼ਨ ਲਾਏ। ਲੇਕਿਨ ਜਿਹੜੀ ਇੰਡੀਆ ਦੇ ਉੱਤੇ ਇਹ ਕਹਿ ਰਿਹਾ ਕਿ ਜ਼ਮੀਨ ਦੇ ਉੱਤੇ ਗੱਲ ਕੀਤੀ ਹੈ, ਜਾਂ ਤਾਂ ਸੋਨੀਆ ਗਾਂਧੀ ਕਹਿ ਰਹੀ ਹੈ, ਜਾਂ ਰਾਹੁਲ ਗਾਂਧੀ ਕਹਿ ਰਹੇ, ਜਾਂ ਪ੍ਰਿਯੰਕਾ ਗਾਂਧੀ ਕਹਿ ਰਹੀ ਹੈ। ਬਾਕੀ ਤਾਂ ਮੇਰੇ ਖਿਆਲ ਮਮਤਾ ਬਨਰਜੀ ਵੀ ਨਹੀਂ ਬੋਲ ਰਹੀ, ਮਾਇਆਵਤੀ ਵੀ ਨਹੀਂ ਬੋਲ ਰਹੀ, ਔਰ ਸ਼ਰਦ ਪਵਾਰ ਦੀ ਤਾਂ ਮੈਂ ਸਟੇਟਮੈਂਟ ਕਹਿ ਰਿਹਾ ਸੀ ਕਿ ਇਸ ਸਮੇਂ ਦੇ ਵਿੱਚ ਸਾਨੂੰ ਦੇਸ਼ ਦੇ ਨਾਲ, ਪ੍ਰਾਈਮ ਮਿਨਿਸਟਰ ਦੇ ਨਾਲ ਖੜਾ ਹੋਣਾ ਚਾਹੀਦਾ ਹੈ, ਜੋ ਸਾਡੀ ਰਵਾਇਤ ਹੈ। ਅਰਵਿੰਦ ਕੇਜਰੀਵਾਲ ਵੀ ਪ੍ਰਾਈਮ ਮਿਨਿਸਟਰ ਦੇ ਨਾਲ ਖੜਾ ਹੈ।
ਇਹਨਾਂ ਨੂੰ ਤਿੰਨ ਜਿਹਨਾਂ ਨੂੰ ਪਤਾ ਨਹੀਂ ਕੀ ਫਰਸਟ੍ਰੇਸ਼ਨ ਹੋਈ ਹੈ। ਜੇ ਹੁਣ ਆਪਾਂ ਇਹਨਾਂ ਦੀ ਗੱਲ ਕਰੀਏ, ਫੰਡ ਦੀ ਗੱਲ, ਇਟ ਇਜ਼ ਐਡਮਿਟਡ ਫੈਕਟ ਕਿ 10 ਲੱਖ ਰੁਪਇਆ ਰਾਜੀਵ ਫਾਊਂਡੇਸ਼ਨ ਦੇ ਵਿੱਚ ਚਾਈਨੀਜ਼ ਐਮਬੈਸੀ ਤੋਂ ਔਰ 90 ਲੱਖ ਰੁਪਇਆ ਕਮਿਊਨਿਸਟ ਪਾਰਟੀ ਆਫ ਚਾਈਨਾ ਤੋਂ ਔਨ ਦੀ ਟੇਬਲ ਐਜ਼ ਪਰ ਰਿਕਾਰਡ ਆਇਆ ਇਹਨਾਂ ਕੋਲੇ। ਉਹ ਕਿਸ ਗੱਲ ਦਾ ਆਇਆ? ਇਹ ਤਾਂ ਜੇ ਸਾਡੇ ਤੇ ਐਲੀਗੇਸ਼ਨ ਲਗਾਉਂਦੇ ਆ, ਇਹ ਕੰਪਨੀਆਂ ਦੇ ਲਾਉਂਦੇ ਆ। ਔਰ ਜੇ ਪ੍ਰਾਈਮ ਮਿਨਿਸਟਰ ਕਹਿ ਰਿਹਾ ਕਿ ਇੱਕ ਵੀ ਤੇ ਕਬਜ਼ਾ ਨਹੀਂ ਕੀਤਾ, ਤਾਂ ਇਹਦਾ ਮਤਲਬ ਨਹੀਂ ਕੀਤਾ ਸਾਨੂੰ ਉਹਦੇ ਪ੍ਰਾਈਮ ਮਿਨਿਸਟਰ ਤੇ ਕਬਜ਼ਾ ਭਰੋਸਾ ਕਰਨਾ ਚਾਹੀਦਾ, ਜਾਂ ਅਸੀਂ ਚਾਈਨਾ ਤੇ ਭਰੋਸਾ ਕਰਾਂਗੇ। ਤਾਂ ਕਰਕੇ ਜੀ ਉਹਦੇ ਬਾਰੇ ਐਲੀਗੇਸ਼ਨ ਹੈਗੇ ਐਡਵੋਕੇਟ ਸਾਹਿਬ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਉਹਦਾ ਕਾਰਨ ਇਹ ਹੈ ਕਿ ਬਹੁਤ ਮੀਡੀਆ ਜਿਹੜਾ ਘੱਟੋ ਘੱਟ ਉਹ ਮੀਡੀਆ ਇਹ ਨਹੀਂ ਕਰਦਾ ਜਿਹੜਾ ਮੈਂ ਤੁਹਾਨੂੰ ਸਾਹਮਣੇ ਦਿਖਾ ਰਿਹਾ, ਉਹ ਉੱਥੋਂ ਦੀਆਂ ਫੋਟੋਆਂ ਦੇ ਰਹੇ ਨੇ, ਉਹ ਬੜਾ ਕੁਝ ਹੋ ਰਿਹਾ। ਲੇਕਿਨ ਇਸ ਤੋਂ ਪਹਿਲਾਂ ਡਾਕਟਰ ਅੰਸ਼ ਸਿੰਘ ਧਾਲੀਵਾਲ, ਤੁਸੀਂ ਤਿੰਨਾਂ ਨੂੰ ਸੁਣਿਆ ਸਾਡੇ ਅੱਜ ਦੇ ਪੈਨਲਿਸਟ ਨੂੰ, ਹਾਲ ਤੱਕ ਜੋ ਵੀ ਤੁਸੀਂ ਫੀਲ ਕੀਤਾ ਜਾਂ ਤੁਸੀਂ ਜੋ ਕਹਿਣਾ ਚਾਹੁੰਦੇ ਹੋ, ਧਾਲੀਵਾਲ ਸਾਹਿਬ। ਛੇਟੇ ਪੈ ਜੀ, ਕਿਉਂਕਿ ਦੇਸ਼ ਨਾਲ ਜੁੜਿਆ ਤੇ ਇਹਦੇ 3-4 ਪਹਿਲੂ ਜਿਹੜੇ ਮੈਂ ਹਾਈਲਾਈਟ ਵੀ ਕਰਨਾ ਚਾਹੂੰਗਾ ਤੇ ਜਿਹੜੇ ਮੇਰੀ ਸਮਝ ਆਉਂਦੇ ਨੇ। ਪਹਿਲੀ ਗੱਲ, ਪ੍ਰਧਾਨ ਮੰਤਰੀ ਬਹੁਤ ਹੀ ਸਤਿਕਾਰਯੋਗ ਹੁੰਦਾ ਹੈ ਤੇ ਪ੍ਰਧਾਨ ਮੰਤਰੀ ਨੂੰ ਆਪਣੀ ਹੈਸੀਅਤ ਵੀ ਸਤਿਕਾਰ ਮੁਤਾਬਕ ਰੱਖਣੀ ਚਾਹੀਦੀ ਹੈ। ਉਹਨੂੰ ਬੀਜੇਪੀ ਦਾ ਨੁਮਾਇੰਦਾ ਬਲਕਿ ਨਹੀਂ ਬੋਲਣਾ ਚਾਹੀਦਾ, ਉਹ ਸਰਕਾਰ ਦਾ ਪ੍ਰਤੀਨਿਧ ਹੈ। ਪ੍ਰਧਾਨ ਮੰਤਰੀ ਹੈ। ਬਜਾਏ ਇਸ ਦੇ ਕਹਿਣ ਦੇ ਕਿ ਸਾਡੇ 1 ਵੀ ਇੰਚ ਤੇ ਕਬਜ਼ਾ ਨਹੀਂ ਕੀਤਾ, ਚੰਗਾ ਹੁੰਦਾ ਜੇ ਉਹ ਕਹਿੰਦੇ ਵੀ ਅਸੀਂ 1 ਵੀ ਇੰਚ ਤੇ ਕਬਜ਼ਾ ਨਹੀਂ ਕਰਨ ਦੇਵਾਂਗੇ। ਜੇ ਕਬਜ਼ਾ ਨਹੀਂ ਕੀਤਾ, ਜਾਂ ਤਾਂ ਉਹਨਾਂ ਦੇ ਫੌਜੀ ਸਾਡੀ ਹੱਦ 'ਚ ਜਾ ਕੇ ਲੜੇ ਨੇ, ਜਾਂ ਸਾਡੇ ਫੌਜੀ ਉਹਨਾਂ ਦੀ ਹੱਦ 'ਚ ਜਾ ਕੇ ਲੜੇ ਨੇ। ਲੜਾਈ ਤਾਂ ਫੇਰ ਹੀ ਹੋਈ ਨਾ। ਉਹਨਾਂ ਨੂੰ ਸਪਸ਼ਟ ਕਰਦੇ ਨੇ ਵੀ ਅਸੀਂ ਉਹਨਾਂ ਦੇ ਕਬਜ਼ਾ ਕਰਨ ਗਏ ਸੀ ਤਾਂ ਸਾਡੇ ਬੰਦੇ ਮਾਰੇ ਗਏ, ਜਾਂ ਉਹ ਸਾਡੇ ਕਬਜ਼ਾ ਕਰਨ ਆਏ ਸੀ ਤਾਂ ਮਾਰੇ ਗਏ। ਮੇਰਾ ਫੌਜ ਤੇ ਕੋਈ ਕਿੰਤੂ ਪਰੰਤੂ ਨਹੀਂ ਹੈ। ਫੌਜੀ ਅਫਸਰਾਂ ਨੇ ਵੀ ਇਹ ਚੀਜ਼ ਕਲੀਅਰ ਕਰਤੀ ਹੈ ਕਿ ਸਫਲ ਹੋਈ ਹੈ। ਚਾਈਨਾ ਦੀਆਂ ਏਦਾਂ ਦੀਆਂ ਬਦਮਾਸ਼ ਨੀਤੀਆਂ ਪਹਿਲਾਂ ਵੀ ਚੱਲਦੀਆਂ ਸੀ, ਹੁਣ ਵੀ ਚੱਲਦੀਆਂ ਨੇ। ਇਹਨੂੰ ਪਾਰਟੀ ਦਾ ਇਸ਼ੂ ਨਹੀਂ ਬਣਾਉਣਾ ਚਾਹੀਦਾ, ਇਹ ਸਰਕਾਰ ਦਾ ਕੰਮ ਹੈ। ਸਰਕਾਰ ਦੇ ਤੌਰ ਤੇ ਪ੍ਰਧਾਨ ਮੰਤਰੀ ਨੂੰ ਦੇਸ਼ ਨਾਲ ਖੜਨਾ ਚਾਹੀਦਾ। ਜਿੱਥੇ ਕਿਤੇ ਜ਼ਰੂਰੀ ਨਹੀਂ, ਮੈਂ ਨਹੀਂ ਕਹਿੰਦਾ ਕਿ ਸਾਰੀ ਗੱਲ ਦੱਸਣੀ ਚਾਹੀਦੀ ਹੈ। ਸਟ੍ਰੈਟਜਿਕ ਨੀਤੀਆਂ ਹੁੰਦੀਆਂ ਨੇ, ਸਾਰਾ ਦੱਸਣ ਦੀ ਲੋੜ ਨਹੀਂ ਹੁੰਦੀ ਵੀ ਕਿੱਥੇ ਘੁਸਿਆ ਕਿੱਥੇ ਨਹੀਂ। ਉਹਨਾਂ ਦਾ ਮੋਰਲ ਬੂਸਟ ਕਰਨ ਲਈ ਆਰਮੀ ਦਾ ਬੜਾ ਕੁਝ ਕਰਨਾ ਪੈਂਦਾ ਹੈ। ਬਜਾਏ ਇਸ ਦੇ ਕਿ ਕਬਜ਼ਾ ਨਹੀਂ ਕੀਤਾ, ਇਹ ਕਹਿਣਾ ਚਾਹੀਦਾ ਕਿ ਅਸੀਂ 1 ਇੰਚ ਤੇ ਕਬਜ਼ਾ ਨਹੀਂ ਕਰਨ ਦੇਵਾਂਗੇ। ਇਹ ਵੀ ਇੱਕ ਸਟੇਟਮੈਂਟ ਹੋ ਸਕਦੀ ਹੈ। ਦੂਸਰੀ ਗੱਲ, ਜਦੋਂ ਅਸੀਂ ਬਾਰ-ਬਾਰ ਕਹਿੰਦੇ ਹਾਂ ਕਿ ਰਾਹੁਲ ਗਾਂਧੀ ਜਾਂ ਸੋਨੀਆ ਗਾਂਧੀ ਨੂੰ ਕੀ ਪ੍ਰੋਬਲਮ ਹੈ, ਪਿਛਲੀਆਂ ਮਨਮੋਹਨ ਸਿੰਘ ਵੇਲੇ ਦੀਆਂ ਸਟੇਟਮੈਂਟਸ ਸਿਚੁਏਸ਼ਨ 'ਚ ਜੋ ਹਾਲਾਤ ਕੱਢ ਕੇ ਦੇਖ ਲਓ, ਬੀਜੇਪੀ ਨੇ ਇਸ ਨਾਲੋਂ ਤਿੱਖਾ ਬੋਲਿਆ ਜਿੰਨਾ ਇਹ ਬੋਲਦੇ ਨੇ। ਉਹ ਤਾਂ ਪਤਾ ਨਹੀਂ ਦੇਸ਼ ਦੇ ਇੰਟਰਸਟ ਉਦੋਂ ਕਿੱਥੇ ਚਲੇ ਜਾਂਦੇ ਨੇ। ਤੇ ਇੱਕ ਜਿਹੜਾ ਨੁਕਤਾ ਮੈਨੂੰ ਵਾਰ-ਵਾਰ ਆ ਰਿਹਾ ਹੈ, ਬੀਜੇਪੀ ਦੀ ਸਰਕਾਰ ਨੂੰ 5 ਸਾਲ ਤੋਂ ਵੱਧ ਹੋ ਗਏ ਚਲਦਿਆਂ ਨੂੰ। ਜੇ ਰਾਜੀਵ ਗਾਂਧੀ ਫਾਊਂਡੇਸ਼ਨ ਦੇ ਵਿੱਚ ਕਿਤੇ ਵੀ ਕੋਈ ਇਰੈਗੂਲਰਿਟੀ, ਇਲੀਗਲ ਕੰਮ ਹੋਇਆ ਹੈ, ਫਸਾ ਲਓ ਉਹਨਾਂ ਨੂੰ। ਤੁਹਾਨੂੰ ਇਦੋਂ ਵੱਧ ਕੀ ਮਤਲਬ, ਇਦੋਂ ਵੱਧ ਕਦੋਂ ਮੌਕਾ ਮਿਲੇਗਾ? ਜੇ ਉਹਨਾਂ ਨੇ ਗਲਤ ਕੀਤਾ ਹੈ, ਇਹ ਉਹਨਾਂ ਨੇ ਨਿਯਮਾਂ ਮੁਤਾਬਕ ਕੀਤਾ, ਫਿਰ ਸਰਕਾਰ ਆਪਦਾ ਜਵਾਬ ਦੇਵੇ। ਇਹ ਕਹਿਣ ਦਾ ਕੀ ਮਤਲਬ ਵੀ ਉਹਨਾਂ ਨੇ ਇਹ ਕੀਤਾ, ਇਹਨਾਂ ਨੇ ਇਹ ਕੀਤਾ? ਜੇ ਕੋਈ ਵੀ ਪਹਿਲਾਂ ਵਾਲੀ ਸਰਕਾਰ ਨੇ ਕਿਤੇ ਵੀ ਕੁਝ ਗਲਤ ਕੀਤਾ, ਨਿਯਮਾਂ ਮੁਤਾਬਕ ਕਾਰਵਾਈ ਕਰੋ, ਲੋਕਾਂ 'ਚ ਨੰਗਾ ਕਰੋ ਉਹਨਾਂ ਨੇ ਵੀ ਆ ਗਲਤ ਕੀਤਾ। ਬਜਾਏ ਇਸ ਦੇ ਕਿ ਜੇ ਉਹ ਝੂਠ ਬੋਲੇ ਨੇ, ਅਸੀਂ ਵੀ ਝੂਠ ਬੋਲਾਂਗੇ ਤੇ ਸਾਨੂੰ ਝੂਠ ਬੋਲਣ ਦਾ ਅਧਿਕਾਰ ਮਿਲ ਗਿਆ, ਜਾਂ ਜਿਹੜਾ ਕੰਮ ਉਹਨਾਂ ਨੇ ਗਲਤ ਕੀਤਾ ਅਸੀਂ ਵੀ ਉਦਾਂ ਦਾ ਕਰਾਂਗੇ। ਮੈਨੂੰ ਇਹ ਦਲੀਲ ਬਹੁਤੀ ਵਾਜਬ ਨਹੀਂ ਲੱਗਦੀ। ਇਹ ਲੋਕਾਂ ਦਾ ਉੱਲੂ ਬਣਾਉਣ ਵਾਲੀ ਗੱਲ ਹੈ। ਚੰਗਾ ਹੁੰਦਾ ਕਾਂਗਰਸ ਵਾਲੇ ਆਪਦਾ ਪੱਖ ਆਪ ਰੱਖਦੇ, ਮਤਲਬ ਮੇਰਾ ਕੋਈ ਕਾਂਗਰਸ ਨਾਲ ਕੋਈ ਲੈਣਾ ਦੇਣਾ ਨਹੀਂ। ਪਰ ਮੈਂ ਇਹ ਗੱਲ ਕਹਿਣਾ ਕਿ ਜਿਹੜੀ ਸਰਕਾਰ ਪਿੱਛੇ ਚਲੀ ਗਈ, ਜੋ ਗਲਤੀਆਂ ਉਹਨੇ ਕੀਤੀਆਂ ਨੇ, ਤੁਸੀਂ 7 ਸਾਲਾਂ ਦੇ ਸਰਕਾਰ ਚੋਂ ਤੁਸੀਂ ਉਹਨਾਂ ਦੀਆਂ ਗਲਤੀਆਂ ਫੜ ਕੇ ਮਤਲਬ ਨੰਗਾ ਕਰੋ ਪਬਲਿਕ ਦੇ ਵਿੱਚ, ਬਜਾਏ ਇਸ ਦੇ ਕਿ ਜੇ ਉਹਨਾਂ ਨੇ ਪੈਸਾ ਲਿਆ ਇਸ ਕਰਕੇ ਅਸੀਂ ਵੀ ਲਵਾਂਗੇ। ਇਹ ਮੈਨੂੰ ਕੋਈ ਦਲੀਲ ਨਹੀਂ ਲੱਗਦੀ। ਇਹ ਬਿਲਕੁਲ ਵਾਜਬ ਦਲੀਲ ਨਹੀਂ ਹੈਗੀ। ਪ੍ਰਧਾਨ ਮੰਤਰੀ ਜੀ ਬਹੁਤ ਹੀ ਸਤਿਕਾਰਤ ਆਉਂਦਾ ਹੈ, ਉਹਨਾਂ ਨੂੰ ਸਤਿਕਾਰਤ ਬਿਆਨ ਦੇਣੇ ਚਾਹੀਦੇ ਨੇ। ਤੇ ਇਹਦੇ ਵਿੱਚ ਜਨਤਾ ਦੇ ਸਾਹਮਣੇ ਜਿਹੜੀ ਤਸਵੀਰ ਹੈ, ਜ਼ਰੂਰੀ ਨਹੀਂ ਕਿ ਅੰਕੜਿਆਂ 'ਚ ਦੇ ਦੇਣ, ਫਰਕ ਪੇਸ਼ ਕਰ ਦੇਣ ਕਿ ਸਾਡੇ ਨਾਲ ਉਹਨਾਂ ਨੇ ਬਦਮਾਸ਼ੀਆਂ ਕੀਤੀਆਂ ਨੇ, ਸਭ ਤੋਂ ਵੱਧ ਪ੍ਰਧਾਨ ਮੰਤਰੀ ਜੀ ਨੇ ਸਭ ਤੋਂ ਵੱਧ ਫੇਰੀਆਂ ਲਾਈਆਂ। ਉਹ ਡਟ ਕੇ ਕਹਿਣ ਕਿ ਮੇਰੇ ਨਾਲ ਧੋਖਾ ਕੀਤਾ ਉਹਨਾਂ ਨੇ, ਮੈਂ ਇਹਨਾਂ ਤੇ ਵਿਸ਼ਵਾਸ ਕੀਤਾ। ਮਤਲਬ ਇਹ ਕਹਿਣ 'ਚ ਪ੍ਰਧਾਨ ਮੰਤਰੀ ਨੂੰ ਕੀ ਹਰਜ ਹੈ? ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੀਦਾ ਕਿ ਮੈਂ ਚਾਈਨਾ ਨਾਲ ਰਿਲੇਸ਼ਨ ਸੁਧਾਰਨ ਲਈ ਸਾਰਾ ਕੁਝ ਤਾਕ ਤੇ ਲਾ ਕੇ ਇੰਨੇ ਵਾਰ ਮੈਂ ਚਾਈਨਾ ਗਿਆ, ਪਰ ਚਾਈਨਾ ਬੇਈਮਾਨ ਨਿਕਲਿਆ। ਇੱਥੇ ਕਹਿਣਾ ਚਾਹੀਦਾ ਪ੍ਰਧਾਨ ਮੰਤਰੀ ਨੂੰ ਇਹ ਗੱਲ। ਪ੍ਰਧਾਨ ਮੰਤਰੀ ਇਸ ਤਰ੍ਹਾਂ ਦਾ ਜਿਹੜਾ ਮੈਨੂੰ ਇਹ ਲੱਗਦਾ, ਇਹ ਗੱਲਾਂ ਹੋਣੀਆਂ ਚਾਹੀਦੀਆਂ ਨੇ। ਜਿੱਥੋਂ ਤੱਕ ਫੰਡ ਦੀ ਗੱਲ ਹੈ, ਮੈਂ ਤਾਂ ਇਹ ਕਹਿਣਾ ਕਿ ਜਿੱਥੇ ਵੀ ਬੇਨਿਯਮੀਆਂ ਹੋਈਆਂ ਨੇ, ਸਰਕਾਰ ਨੂੰ
ਉਹ ਆਡਿਟ ਕਰਾ ਲੈਣ, ਉਹ ਸਾਰਾ ਕੁਝ ਨਿਯਮਾਂ ਮੁਤਾਬਕ ਦੇਖਣ, ਜੇ ਕੋਈ ਇਰੈਗੂਲਰਿਟੀ ਹੋਈ ਹੈ ਮਤਲਬ ਉੱਥੇ ਨਾ ਬਖਸ਼ਣ ਕਿਸੇ ਨੂੰ। ਹਾਂ, ਜਿੱਥੋਂ ਤੱਕ ਗੱਲ ਇਹ ਹੈ ਜੀ ਹਾਂ ਇਹ ਗੱਲ ਸੀ ਜੀ। ਥੈਂਕ ਯੂ ਜੀ। ਮੈਂ ਸਿਰਫ ਇਹ ਕਹਿਣਾ, ਮੈਂ ਨਾ ਜਿਹੜਾ ਮੈਂ ਤੁਹਾਡੇ ਕੋਲ ਆਉਣਾ ਤੁਹਾਡੇ ਕੋਲ ਆਉਣਾ, ਤੁਸੀਂ ਜਵਾਬ ਦੇ ਦਿਓ। ਲੇਕਿਨ ਜਿਹੜੇ ਧਾਲੀਵਾਲ ਸਾਹਿਬ ਤੁਸੀਂ ਗੱਲ ਕੀਤੀ ਹੈ, ਲੋਕਾਂ ਨੂੰ ਮੌਕਾ ਮਿਲਿਆ ਬਿਲਕੁਲ ਇਸੇ ਤਰ੍ਹਾਂ ਗੱਲ ਕਰਨ ਦਾ ਕਿ ਜਦ ਕੱਲ 33 ਮਿੰਟ ਬੋਲੇ, 33 ਮਿੰਟ ਦੇ ਵਿੱਚ ਇੱਕ ਵਾਰ ਵੀ ਚੀਨ ਦਾ ਨਾਂ ਕਿਉਂ ਨਹੀਂ ਲਿਆ? ਉਹ ਸਿੱਧੇ ਤੌਰ ਤੇ ਚੀਨ ਨੂੰ ਮੁਖਾਤਬ ਹੋ ਕੇ ਕਹਿ ਸਕਦੇ ਸੀ। ਲੋਕ ਇਹ ਕਹਿੰਦੇ ਨੇ, ਇਸ ਕਰਕੇ ਵੀ ਲੋਕ ਨੇ 18 ਵਾਰ ਮਿਲਣਾ, ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨੀ, ਬਹੁਤ ਕੁਝ ਬੜੀਆਂ ਫੋਟੋਆਂ ਆਈਆਂ। ਇਹ ਕਿਤੇ ਨਾ ਕਿਤੇ ਸਵਾਲ ਖੜੇ ਕਰਦੀਆਂ ਨੇ। ਜਿਹੜੇ ਐਡਵੋਕੇਟ ਸਾਹਿਬ ਤੁਸੀਂ ਜਵਾਬ ਦੇਣਾ ਹੁਣ, ਲੇਕਿਨ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ ਵੀ ਉਹਨਾਂ ਨੇ ਕਹਿਤਾ, ਇਹੀ ਤਾਂ ਪ੍ਰੋਬਲਮ ਹੈ। ਉਹ ਕੁਝ ਹੋਰ ਕਹਿੰਦੇ ਨੇ, सिचुएशन कुछ और है, पक्ष कुछ और बोलते ने, जवां उनकी निगाह उनकी, जवां कुछ और कहती है, निगाह कुछ और कहती है। ये बड़ी प्रॉब्लम है। इस तो पहला कि एडवोकेट भारती कोल जावां, ढिल्लों साहब एक बार फिर तुहाडे कोल आ रहे हैं, तुसीं की कहोगे? ਵਾਲੀਆ ਸਾਹਿਬ, ਗੱਲ ਤਾਂ ਜਿਸ ਤਰ੍ਹਾਂ ਕਿ ਧਾਲੀਵਾਲ ਸਾਹਿਬ ਨੇ ਬੜੀ ਸਿੱਧੀ ਗੱਲ ਕਹੀ ਹੈ, ਸਿਆਣੇ ਨੇ ਧਾਲੀਵਾਲ ਸਾਹਿਬ, ਉਹਨਾਂ ਨੇ ਬੜੀ ਸੋਚਣ ਤੇ ਵਿਚਾਰਨ ਵਾਲੀ ਗੱਲ ਹੈ। ਪ੍ਰਧਾਨ ਮੰਤਰੀ ਦਾ ਅਹੁਦਾ ਜਿਹੜਾ ਹੈ, ਇਹ 'ਚ ਕੋਈ ਦੋ ਰਾਇਆ ਨਹੀਂ, ਇਹਦੀ ਬੜੀ ਗਰਿਮਾ ਹੈ, ਦੇਸ਼ ਦੇ ਵਿੱਚ ਬੜਾ ਹੀ ਇਹਦਾ ਸਤਿਕਾਰ ਹੈ। ਲੇਕਿਨ ਹੁਣ ਫੇਰ ਮੈਨੂੰ ਉਹੀ ਗੱਲ ਕਹਿਣੀ ਪੈ ਗਈ ਵੀ ਬੀਜੇਪੀ ਤੇ ਜਦੋਂ ਦੀ ਸਰਕਾਰ ਬਣੀ ਹੈ, ਉਹ ਤਾਂ ਕਹਿੰਦੇ ਕੇਜਰੀਵਾਲ ਸਾਡੇ ਨਾਲ ਹੈ, ਉਹ ਤਾਂ ਕਹਿੰਦੇ ਤੁਹਾਡਾ ਲੀਡਰ ਸਾਡੇ ਨਾਲ ਹੈ, ਸਾਡੀ ਮਦਦ ਕਰ ਹੈ। ਕੇਜਰੀਵਾਲ ਦੇਸ਼ ਦੀ ਸੁਰੱਖਿਆ ਦੇ ਨਾਲ ਹੈ ਜੀ, ਦੇਸ਼ ਦੇ ਨਾਲ ਹੈ, ਦੇਸ਼ ਦੀ ਸੁਰੱਖਿਆ ਵਾਸਤੇ ਪ੍ਰਧਾਨ ਮੰਤਰੀ ਦੇ ਨਾਲ ਹੈ। ਲੇਕਿਨ ਜੋ ਮੈਂ ਜਿਹੜੀ ਗੱਲ ਤੇ ਟਿੱਪਣੀ ਕਰ ਰਿਹਾ, ਪ੍ਰਧਾਨ ਮੰਤਰੀ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਦੇਖੋ, ਉਹ ਜੇ ਪ੍ਰਧਾਨ ਮੰਤਰੀ ਵਧੀਆ ਬਿਆਨ, ਸੱਚੇ ਸੁੱਚੇ ਬਿਆਨ, ਚਲੋ ਕਈ ਐਸੇ ਬਿਆਨ ਨੇ ਜਿਹੜੇ ਨਹੀਂ ਦੇ ਸਕਦੇ, ਸੀਕ੍ਰੇਸੀ ਹੁੰਦੀ ਹੈ ਸਰਕਾਰਾਂ ਦੀ, ਫੌਜਾਂ ਦੀ ਹੁੰਦੀ ਆ, ਉਹ ਨਹੀਂ ਦੇ ਸਕਦੇ, ਨਹੀਂ ਦੇਣੇ ਚਾਹੀਦੇ, ਤੇ ਫਿਰ ਉਹਨੂੰ ਇੰਟਰਫੇਰੈਂਸ ਨਹੀਂ ਕਰਨੀ ਚਾਹੀਦੀ। ਲੇਕਿਨ ਪ੍ਰਧਾਨ ਮੰਤਰੀ ਇਹ ਤਾਂ ਸਪਸ਼ਟ ਕਰਨ, ਜਿਸ ਤਰ੍ਹਾਂ ਧਾਲੀਵਾਲ ਸਾਹਿਬ ਨੇ ਕਿਹਾ ਕਿ ਸਾਡੇ ਫੌਜੀ ਉੱਧਰ ਗਏ ਕਿ ਉੱਥਲੇ ਫੌਜੀ ਸਾਡੇ ਨੂੰ ਆ ਕੇ ਮਾਰ ਗਏ, ਇਹ ਤਾਂ ਪ੍ਰਧਾਨ ਮੰਤਰੀ ਸਪਸ਼ਟ ਕਰਨ। ਇਹ ਭਾਣਾ ਵਾਪਰਿਆ ਤਾਂ ਕਿਉਂ ਵਾਪਰਿਆ? ਦੇਸ਼ ਦਾ ਐਡਾ ਵੱਡਾ ਨੁਕਸਾਨ ਹੋਇਆ, ਸਾਡੀਆਂ ਜਾਨਾਂ ਗਈਆਂ ਨੌਜਵਾਨਾਂ ਦੀਆਂ, ਉਹ ਕਿਉਂ ਗਈਆਂ? ਇਸ ਗੱਲ ਤੇ ਬਿਲਕੁਲ ਵਿਚਾਰ ਨਹੀਂ। ਦੂਜੀ ਗੱਲ, ਇਹ ਜਿਸ ਤਰ੍ਹਾਂ ਕਹਿੰਦੇ ਆ ਕਿ ਸਾਰੇ ਰਲਾ ਗੱਡ ਇੱਕੋ ਹੀ ਆ, ਇਹ ਦੋਨੋਂ ਪਾਰਟੀਆਂ, ਚੀਨ ਹੋਵੇ ਜਾਂ ਕਿਤੋਂ ਹੋਰ ਬਾਹਰੋਂ ਦੁਸ਼ਮਣ ਦੇਸ਼ਾਂ ਕੋਲ ਹੋਵੇ, ਉਹਨਾਂ ਸਾਰਿਆਂ ਕੋਲੋਂ ਫੰਡ ਲੈਂਦੀਆਂ ਕੰਪਨੀਆਂ ਦੇ ਰਾਹੀਂ। ਇਹ ਤਾਂ ਦੇਸ਼ ਦੇ ਵਿੱਚ ਕੰਪਨੀਆਂ ਤੋਂ ਫੰਡ ਲੈਂਦੀਆਂ ਨੇ ਤੇ ਮੁੜ ਕੇ ਸਾਰਾ ਦੇਸ਼ ਹੀ ਉਹਨਾਂ ਕੰਪਨੀਆਂ ਨੂੰ ਵੇਚ ਦਿੰਦੀਆਂ ਨੇ। ਹੁਣ ਵੇਖੋ ਤੁਸੀਂ, ਹਿੰਦੁਸਤਾਨ ਦੇ ਵਿੱਚ ਵੀ, ਭਾਰਤ ਦੇ ਵਿੱਚ ਵੀ ਇਹ ਚੱਲ ਰਿਹਾ ਨਾ, ਕੰਪਨੀਆਂ ਇਲੈਕਸ਼ਨਾਂ ਦੇ ਵਿੱਚ ਵੱਡੇ ਵੱਡੇ ਫੰਡ ਦਿੰਦੀਆਂ ਇਹਨਾਂ ਨੂੰ। ਜਦੋਂ ਕੰਪਨੀਆਂ ਸਰਕਾਰਾਂ ਬਣ ਜਾਂਦੀਆਂ, ਫਿਰ ਉਹ ਕੰਪਨੀਆਂ ਆਪਣੇ ਤਰੀਕੇ ਨਾਲ ਵਰਤਦੀਆਂ। ਦੇਸ਼ ਦੇ ਵਿੱਚ ਅੱਜ ਸਾਰੀ ਹਿਲਜੁਲ ਹੋਈ ਪਈ ਹੈ। ਅੰਬਾਨੀਆਂ ਦਾ ਹੀ ਨਾਂ ਚੱਲ ਰਿਹਾ ਹਰ ਕੰਮ ਦੇ ਵਿੱਚ। ਹਰੇਕ ਆ 3 ਆਰਡੀਨੈਂਸ ਜਾਰੀ ਹੋਏ ਆ, ਉਹ ਵੀ ਅਡਾਨੀਆਂ ਕਰਕੇ ਕਹਿੰਦੇ ਜਾਰੀ ਹੋਏ ਆ, ਅੰਬਾਨੀਆਂ ਕਰਕੇ ਜਾਰੀ ਹੋਏ ਆ। ਖੇਤੀ ਦਾ ਸਾਰਾ ਸਿਸਟਮ ਹੀ ਜਿਹੜਾ ਉਹ ਸਰਕਾਰ ਨੇ ਸਰੈਂਡਰ ਕਰਤਾ ਉਹਨਾਂ ਦੇ ਅੱਗੇ। ਇਹ ਇਸੇ ਤਰ੍ਹਾਂ ਹੀ ਲੱਗ ਰਿਹਾ ਕਿ ਇਹਨਾਂ ਨੂੰ ਇਹ ਫੰਡ ਦੀ ਐਡੀ ਵੱਡੀ ਬਾਹਰਲੇ ਦੇਸ਼ਾਂ ਤੋਂ ਵੀ ਲੈਣ ਦੀ ਕੀ ਜ਼ਰੂਰਤ ਪਈ ਹੈ? ਦੇਸ਼ ਦੀ ਸੁਰੱਖਿਆ ਦਾ ਇਹਨਾਂ ਨੂੰ, ਮੈਨੂੰ ਲੱਗਦਾ ਹੈ ਕਿ ਇਹਨਾਂ ਪੋਲੀਟੀਕਲ ਪਾਰਟੀਆਂ ਨੂੰ ਕੋਈ ਵੀ ਬਹੁਤੀ ਨਹੀਂ, ਇਹਨਾਂ ਦੀ ਸਿੰਸੀਅਰਟੀ ਨਹੀਂ ਹੈ ਇਹਨਾਂ ਦੇ ਵਿੱਚ ਕਿ ਦੇਸ਼ ਦੇ ਸਾਡੇ ਫੌਜੀ ਜਵਾਨ ਕਿਸ ਤਰ੍ਹਾਂ। ਹੁਣ ਵੇਖੋ ਤੁਸੀਂ, ਪ੍ਰਧਾਨ ਮੰਤਰੀ ਕਿੰਨਾ ਵੱਡੇ ਦਾਅਵੇ ਕਰਦੇ ਨੇ, ਕਦੇ ਕੁਝ ਕਰਦੇ ਨੇ। ਨੇਪਾਲ ਸਾਡੇ ਨਾਲ ਆਕੜ ਰਿਹਾ ਹੈ ਜੀ, ਉਹ ਸਾਡੇ ਤੇ ਅੱਖਾਂ ਕੱਢ ਰਿਹਾ। ਹੋਰ ਛੋਟੇ ਛੋਟੇ ਗੁਆਂਢੀ ਦੇਸ਼ ਜਿਹੜੇ ਆ, ਉਹ ਸਾਡੇ ਤੇ ਅੱਖਾਂ ਕੱਢੀ ਤੁਰੇ ਜਾਂਦੇ ਆ। ਪਹਿਲਾਂ ਕੱਲਾ ਪਾਕਿਸਤਾਨ ਦਾ ਨਾਂ ਚੱਲਦਾ ਸੀ, ਹੁਣ ਚਾਰੇ ਪਾਸਿਓਂ ਭਾਰਤ ਦੇ ਉੱਤੇ ਕੋਈ ਨਾ ਕੋਈ ਹਿਲਜੁਲ ਹੋਈ ਤੁਰੀ ਜਾਂਦੀ ਹੈ। ਕੀ ਦੇਸ਼ ਦੇ ਵਿੱਚ ਸਰਕਾਰ ਇਸ ਗੱਲ ਵਾਸਤੇ ਜ਼ਿੰਮੇਵਾਰ ਨਹੀਂ ਕਿ ਉਸ ਹਿਲਜੁਲ ਨੂੰ ਸੰਭਾਲੇ? ਇਹ ਛੋਟੇ ਦੇਸ਼ ਵੀ ਜਿਹੜੇ ਨੇ, ਉਹ ਵੀ ਸਾਨੂੰ ਅੱਖਾਂ ਕੱਢ ਕੇ ਦਿਖਾ ਰਹੇ ਨੇ। ਜੀ ਬਿਲਕੁਲ ਢਿੱਲੋਂ ਸਾਹਿਬ, ਤੁਹਾਡੀ ਗੱਲ ਆ ਗਈ। ਔਰ ਜਿਹੜੀ ਗੱਲ ਆ ਤੁਸੀਂ ਕਹੀ ਹੈ ਕਿ ਹੁਣ ਦੇਸ਼ ਜਿਹੜਾ ਹਿੰਦੁਸਤਾਨ ਦੇ ਜਿਹੜੇ ਬਾਰਡਰ ਲੱਗਦੇ ਨੇ, ਸਭ ਤੋਂ ਵੱਡਾ ਬਾਰਡਰ ਬੰਗਲਾਦੇਸ਼ ਦਾ ਲੱਗਦਾ, ਉਸ ਤੋਂ ਬਾਅਦ ਚਾਈਨਾ ਦਾ, ਤੇ ਫਿਰ ਪਾਕਿਸਤਾਨ ਦਾ, ਫਿਰ ਨੇਪਾਲ ਦਾ, ਭੂਟਾਨ ਦਾ, ਮਿਆਂਮਾਰ ਦਾ। ਹੁਣ ਪ੍ਰੋਬਲਮ ਇਹ ਹੋਈ ਪਈ ਹੈ, ਭੂਟਾਨ ਵੀ ਪਾਣੀ ਬੰਦ ਕਰੀ ਬੈਠਾ ਹੈ, ਨੇਪਾਲ ਨੇ ਤਾਂ ਫੌਜ ਵੀ ਲਾਤੀ ਪਹਿਲੀ ਵਾਰ, ਔਰ ਬੰਗਲਾਦੇਸ਼ ਜਿਹੜੇ ਸਾਡੇ ਆਸਰੇ ਜਿਉਂਦੇ ਸੀ ਵਾਲੀਆ ਜੀ, ਉਹੀ ਸਾਨੂੰ ਅੱਖਾਂ ਦਿਖਾ ਰਹੇ ਆ। ਇਹ ਜਿਹੜੀ ਫੋਰਨ ਪਾਲਿਸੀ ਤੇ ਗੱਲ ਜਿਹੜੀ ਹੈ ਹੋਣੀ ਚਾਹੀਦੀ ਹੈ, ਇਹ ਕਿਤੇ ਨਾ ਕਿਤੇ ਗੜਬੜ ਇਹ ਤਾਂ ਹੈ। ਲੇਕਿਨ ਅੱਜ ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਉਹਦੇ ਵਿੱਚ ਸਾਨੂੰ ਇਹ ਦੇਖਣਾ ਪਏਗਾ। ਤੁਸੀਂ ਅਡਾਨੀ ਦਾ ਨਾਮ ਲਿਆ, ਚੀਨ ਦੀਆਂ ਸਭ ਤੋਂ ਜਿਹੜੀਆਂ ਜ਼ਿਆਦਾ ਵੱਡੀਆਂ ਕੰਪਨੀਆਂ ਦੇ ਵਿੱਚ
ਜਿੱਥੇ ਇਹ ਜਿਹੜਾ ਸਮਝੌਤੇ ਹੋਏ ਨੇ ਉਹ ਅਡਾਨੀ ਦੇ ਹੋਏ ਨੇ, ਕਿਉਂਕਿ ਸਾਡਾ ਮਸਲਾ ਜਿਹੜਾ ਕਾਂਗਰਸ ਤੇ ਜਿਹੜੇ ਇਹਨਾਂ ਦੀ ਸ਼ਾਦੀ ਜੰਗ ਦਾ, ਇਸ ਕਰਕੇ ਇਹਨੂੰ ਮੈਂ ਨਹੀਂ ਛੇੜਿਆ ਸੀ ਜੋ ਤੁਸੀਂ ਟੱਚ ਕੀਤਾ। ਮੈਂ ਮਾਲਾ ਸਾਹਿਬ ਇੱਕ ਵਾਰ ਫਿਰ ਤੁਹਾਡੇ ਕੋਲ ਆਉਣਾ, ਫਿਰ ਮੈਂ ਜਿਹੜਾ ਟਾਈਮ ਖੁੱਲਾ ਟਾਈਮ ਦੇਣਾ ਐਡਵੋਕੇਟ ਸਾਹਿਬ ਨੂੰ, ਉਹਨਾਂ ਨੇ ਜਵਾਬ ਦੇਣਾ। ਤੁਹਾਨੂੰ ਤੁਹਾਡੀ ਕੋਈ ਟਿੱਪਣੀ ਹੈ ਤਾਂ ਤੁਸੀਂ ਆ ਸਕਦੇ ਹੋ। ਵਾਲੀਆ ਸਾਹਿਬ, ਟਿੱਪਣੀ ਜਿਹੜੀ ਇਸ ਵਿਸ਼ੇ ਦੇ ਉੱਤੇ ਮੈਂ ਪਹਿਲਾਂ ਬੜੀ ਕਲੀਅਰ ਗੱਲ ਕਰਤੀ, ਪਰ ਜਿਹੜੀ ਅੱਜ ਦੀ ਆਪਣੀ ਡਿਬੇਟ ਆ ਉਹ ਤਾਂ ਸੀ ਭਾਜਪਾ ਤੇ ਕਾਂਗਰਸ ਦੀ ਸ਼ਬਦੀ ਜੰਗ ਦੇ ਉੱਤੇ। ਬਿਲਕੁਲ ਇਸ ਸਮੇਂ ਦੇ ਉੱਤੇ ਉਹਨਾਂ ਦੀ ਜਿਹੜੀ ਸ਼ਬਦੀ ਜੰਗ ਛਿੜੀ ਹੈ ਉਹ ਦੇਸ਼ ਲਈ ਕਿੰਨੀ ਕੁ ਲਾਹੇਵੰਦ ਹੈ, ਕਿੰਨੀ ਖਤਰਨਾਕ ਹੈ ਗੱਲ ਤੇ। ਪਰ ਉਹਦੇ ਵਿੱਚੋਂ ਹੁਣ ਦੇਸ਼ ਦੀ ਚਾਹੇ ਬਦਕਿਸਮਤੀ ਲਾ ਲਓ, ਚਾਹੇ ਅੱਜ ਦੀ ਲਾ ਲਓ ਗੱਲਾਂ, ਜਦੋਂ ਆਪਾਂ ਬਹਿਸ ਕਰ ਰਹੇ ਹਾਂ, ਜਿਹੜਾ ਕਾਂਗਰਸ ਦਾ ਬੁਲਾਰਾ ਤੁਸੀਂ ਸ਼ਾਮਲ ਕਰਨ ਜਾ ਰਹੇ ਸੀ ਹਰਜੋਤ ਕਮਲ ਜੀ ਜੋ ਵਿਧਾਇਕ ਨੇ ਮੋਗੇ ਦੇ, ਉਹ ਬਾਈਕਾਟ ਕਰਕੇ ਜਿਵੇਂ ਤੁਸੀਂ ਕਿਹਾ, ਪਰ ਉਹ ਜੇ ਚੰਗਾ ਹੁੰਦਾ ਜੇ ਕਿਤੇ ਮੋਗੇ ਦੇ ਉੱਤੇ ਮੋਗੇ ਦੇ ਵਿਕਾਸ ਤੇ ਬਹਿਸ ਹੁੰਦੀ, 3 ਸਾਲ ਹੋ ਗਏ ਸਰਕਾਰ ਬਣੇ, ਉਹ ਵਾਕਆਊਟ ਕਰਕੇ ਭੱਜ ਜਾਂਦੇ ਤਾਂ ਗੱਲ ਸਮਝ ਪੈ ਜਾਣੀ ਸੀ ਵੀ ਉਹਨਾਂ ਨੇ ਕੀਤਾ ਕੁਛ ਨਹੀਂ ਤਾਂ ਭੱਜ ਗਏ। ਪਰ ਹੁਣ ਇੱਕ ਦੇਸ਼ ਦੇ ਮੁੱਦੇ ਦੇ ਉੱਤੇ ਵੀ ਆਪ ਗੱਲ ਛੇੜ ਕੇ ਆਪ ਹੀ ਵਿੱਚ ਨਹੀਂ ਬੈਠੇ, ਤੇ ਜਿਨ੍ਹਾਂ ਨੂੰ ਹੁਣ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀਮਾਨ ਸਰਕਾਰ ਅਮਿਤ ਸ਼ਾਹ ਜੀ, ਉਹਨਾਂ ਨੇ ਕਿਹਾ ਵੀ ਤੁਸੀਂ ਸਿੱਧੀ ਰਾਹੁਲ ਗਾਂਧੀ ਜੀ ਮੇਰੇ ਨਾਲ ਡਿਬੇਟ ਕਰ ਲੈਣ, ਤੇ ਕੀ ਭਰੋਸਾ ਵੀ ਉਹ ਉੱਥੇ ਵੀ ਡਿਬੇਟ 'ਚੋਂ ਜਾਣਗੇ ਕਿ ਨਹੀਂ ਜਾਣਗੇ। ਕਹਿਣ ਤੋਂ ਮੇਰਾ ਮਤਲਬ ਹੈ ਕਾਂਗਰਸ ਹਮੇਸ਼ਾ ਜਿਹੜੀ ਭਰਮਤ ਕਰਨ ਦੀ ਰਾਜਨੀਤੀ ਹੈ ਉਹਦੇ 'ਚ ਵਿਸ਼ਵਾਸ ਰੱਖਦੀ ਆ। ਉਹ ਇੱਕ ਵਾਰੀ ਆ ਕੇ ਦੇਸ਼ ਦੇ ਵਿੱਚ ਰੌਲਾ ਰੱਪਾ ਪਾ ਕੇ ਫਿਰ ਜਾ ਕੇ ਚੁੱਪ ਕਰਕੇ ਪਿੱਛੇ ਬੈਠ ਜਾਂਦੇ ਆ, ਤੇ ਜਿਹੜੀ ਸਾਡੀ ਗੱਲ ਜਿਹੜੀ ਨੈਸ਼ਨਲ ਚੱਲਣ ਤੇ ਅਸੀਂ ਬੋਲਣੀ ਆ ਜਾਂ ਜਿਹੜੀ ਲੋਕਾਂ ਨੇ ਸੁਣਨੀ ਆ, ਜਿਹੜੀ ਗੱਲ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਬੋਲ ਰਿਹਾ ਉਹਤੇ ਤਾਂ ਸਾਨੂੰ ਭਰੋਸਾ ਨਹੀਂ ਹੋ ਰਿਹਾ। ਜਿਹੜੀ ਗੱਲ ਸਾਡੇ ਦੇਸ਼ ਦਾ ਲੈਫਟੀਨੈਂਟ ਜਨਰਲ ਬੋਲ ਰਿਹਾ LAC ਤੇ ਖੜ ਕੇ ਲਾਈਨ ਆਫ ਐਕਚੁਅਲ ਕੰਟਰੋਲ ਤੇ, ਉਹਤੇ ਤਾਂ ਸਾਨੂੰ ਭਰੋਸਾ ਨਹੀਂ ਲੱਗ ਰਿਹਾ। ਤੇ ਜਿਹੜੀ ਗੱਲ ਚਾਈਨਾ ਬੋਲ ਰਹੀ ਹੈ ਵੀ ਸਾਡਾ ਕੋਈ ਸੈਨਿਕ ਸ਼ਹੀਦ ਨਹੀਂ ਹੋਇਆ, ਉਹ ਸਾਨੂੰ ਠੀਕ ਲੱਗੀ ਜਾਂਦੀ। ਮੈਨੂੰ ਤਾਂ ਸਮਝ ਨਹੀਂ ਆਉਂਦੀ ਰਾਜਨੀਤਿਕ ਪਾਰਟੀਆਂ ਦੇ ਬੁਲਾਰਿਆਂ ਦੀ ਵੀ ਉਹ ਜਾਂਦੇ ਕਿੱਧਰ ਨੂੰ ਨੇ। ਹੁਣ ਜਿਹੜੀ ਗੱਲ ਢਿੱਲੋਂ ਸਾਹਿਬ ਕਰਦੇ ਆ ਵੀ ਸਾਡੇ ਤੇ ਹੁਣ ਨੇਪਾਲ ਵੀ ਅੱਖਾਂ ਕੱਢਦਾ, ਸਾਡੇ ਤੇ ਹੁਣ ਪਾਕਿਸਤਾਨ ਵੀ ਅੱਖਾਂ ਕੱਢਦਾ, ਕਿਉਂ ਕੱਢਦਾ? ਇਹਦੇ ਪਿੱਛੇ ਕੌਣ ਹੈ? ਨੇਪਾਲ ਪਿੱਛੇ ਵੀ ਚਾਈਨਾ, ਪਾਕਿਸਤਾਨ ਪਿੱਛੇ ਵੀ ਚਾਈਨਾ। ਉਹ ਦੋਵਾਂ ਨੂੰ ਸਾਡੇ ਖਿਲਾਫ ਵਰਤ ਕੇ ਭੜਕਾ ਕੇ ਉਹਨਾਂ ਦੇ ਰਾਹੀਂ ਆਪਦੇ ਬਲਵੇ ਕੱਢਣੇ ਚਾਹੁੰਦਾ। ਉਹਨਾਂ ਦੇਸ਼ਾਂ ਦੀ ਆਪ ਦੀ ਉੱਥੇ ਭੁੱਖ ਮਰੀ ਪਈ, ਉਹਨਾਂ ਨੂੰ ਆਪ ਦੀ ਗੱਲ ਲੁਕਾਉਣ ਦੀ ਆ। ਇਸ ਕਰਕੇ ਅੱਜ ਦੇਸ਼ ਹਿੰਦੁਸਤਾਨ ਦੀ ਗੱਲ ਆ, ਜਿਹੜੇ ਲੋਕ 30 ਮਿੰਟ ਦੀ ਸਪੀਚ ਕਰਦੇ ਆ, ਢਿੱਲੋਂ ਸਾਹਿਬ ਨਾਂ ਨਹੀਂ ਲੈਂਦੇ, ਫਿਰ ਕਿਉਂ ਨਹੀਂ ਨਾਂ ਲੈਂਦੇ ਚਾਈਨਾ ਦਾ? ਢਿੱਲੋਂ ਤੁਸੀਂ ਦੱਸ ਰਹੇ ਹੋ ਚਾਈਨਾ ਦਾ ਨਾਂ ਲੈਣ ਪ੍ਰਧਾਨ ਮੰਤਰੀ। ਮੈਂ ਅੱਜ ਦੀ ਡਿਬੇਟ ਦੀ ਗੱਲ ਹੈ, ਜੇ ਪ੍ਰਧਾਨ ਮੰਤਰੀ ਸਾਹਿਬ ਬੋਲੇ ਨੇ, ਦੇਸ਼ ਇਹ ਪੁੱਛ ਰਿਹਾ ਵੀ ਸਾਡੀ ਜ਼ਮੀਨ 'ਚੋਂ ਕੁਛਿਆ, ਕੌਣ ਕੁਛਿਆ ਜੀ? ਚਾਈਨਾ। ਉਹ ਕਹਿੰਦਾ ਸਾਡੀ ਜ਼ਮੀਨ 'ਚ ਨਹੀਂ ਕੁਛਿਆ, ਤਾਂ ਮਤਲਬ ਚਾਈਨਾ ਨਹੀਂ ਕੁਛਿਆ। ਫਿਰ ਆਪਾਂ ਸ਼ਬਦਾਂ ਨੂੰ ਤਰੋੜ ਬਰੋੜ ਕੇ ਨਾ ਆਪਾਂ ਉਸ ਹੇਰ ਫੇਰ 'ਚ ਜਾਈਏ, ਆਪਾਂ ਸਿੱਧੀ ਸਪਸ਼ਟ ਗੱਲ ਜਿਹੜੀ ਆਪਾਂ ਦੇਸ਼ ਦੇ ਨਾਲ, ਜੇ ਕੇਜਰੀਵਾਲ ਜੀ ਇਹ ਫੈਸਲਾ ਕਰਦੇ ਵੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ, ਜਵਾਨਾਂ ਦੀ ਮੌਤ ਹੋਈ ਹੈ, ਸ਼ਹੀਦੀ ਹੋਈ ਹੈ, ਉਹ ਤਾਂ ਕੋਈ ਮੁੱਲ ਹੀ ਨਹੀਂ। ਤੁਸੀਂ ਕਹਿੰਦੇ ਹੋ ਵੀ ਆਖਰ ਉਹਦਾ ਕਾਰਨ ਤਾਂ ਦੇਸ਼ ਨੂੰ ਪਤਾ ਲੱਗਣਾ ਚਾਹੀਦਾ। ਢਿੱਲੋਂ ਸਾਹਿਬ ਦੇਸ਼ ਦੀਆਂ ਸਰਹੱਦਾਂ ਤੇ ਦੇਸ਼ ਇਹ ਜਾਣਨਾ ਚਾਹੁੰਦਾ ਪਹਿਲਾਂ ਤਾਂ ਲਾ, ਚਾਹੇ 62 ਦੀ ਜੰਗ ਸੀ, ਚਾਹੇ 65 ਦੀ ਜੰਗ, ਚਾਹੇ 71 ਦੀ ਜੰਗ, ਚਾਹੇ ਕਾਰਗਿਲ ਦੀ ਜੰਗ, ਸਾਡੇ ਬਹੁਤ ਹੀ ਸੈਨਿਕਾਂ ਦੀ ਉੱਥੇ ਸ਼ਹੀਦੀਆਂ ਹੋਈਆਂ। ਮੈਂ ਤਾਂ ਇੱਥੋਂ ਤੱਕ ਵੀ ਕਹੂੰਗਾ ਉਹਨਾਂ ਸ਼ਹੀਦੀਆਂ ਦੇ ਵਿੱਚ ਵੀ ਸਾਡੇ ਸਿੱਖ ਨੌਜਵਾਨਾਂ ਦਾ ਬਹੁਤ ਵੱਡਾ, ਸਾਡੀਆਂ ਸਿੱਖ ਰੈਜੀਮੈਂਟਾਂ ਦਾ ਵੱਡਾ ਯੋਗਦਾਨ ਆ ਪੰਜਾਬ ਦੀਆਂ ਦਾ। ਜਦੋਂ LOC ਤੇ LAC ਤੇ ਜਦੋਂ ਟੈਨਸ਼ਨ ਆਉਂਦੀ ਹੈ, ਸਾਡੀਆਂ ਬਟਾਲੀਆਂ ਉੱਥੇ ਲੱਗਦੀਆਂ। ਸਾਨੂੰ ਪੰਜਾਬ ਦੇ ਜਿਹੜੇ ਨੌਜਵਾਨ ਉੱਥੇ ਸ਼ਹੀਦ ਹੁੰਦੇ ਆ ਉਹਨਾਂ ਦਾ ਵੀ ਫਿਕਰ, ਉਹਨਾਂ ਦਾ ਵੀ ਸਤਿਕਾਰ ਆ। ਸਾਡੇ ਜਿਹੜੇ ਪੰਜਾਬ ਦੇ ਨੌਜਵਾਨ ਭਰਤੀ ਪਿੱਛੇ ਬੈਠੇ, ਉਹਨਾਂ ਦਾ ਵੀ ਸਾਨੂੰ ਫਿਕਰ ਆ ਵੀ ਸਾਡੀ ਭਰਤੀ 'ਚ ਖੁੱਲ੍ਹ ਪਏ, ਸਾਨੂੰ ਉੱਥੇ ਲੜਨ ਦੀ ਖੁੱਲ੍ਹ ਹੈ ਜੀ। ਇਹ ਪ੍ਰਧਾਨ ਮੰਤਰੀ ਦੀ ਪਾਲਿਸੀ ਪਿਛਲੀ ਸਰਕਾਰ ਦੇ ਵਿੱਚ ਤੁਹਾਨੂੰ ਯਾਦ ਹੋਣਾ ਹੈ ਕਿ ਪਾਕਿਸਤਾਨ ਦੇ ਖਿਲਾਫ ਹਿੰਦੁਸਤਾਨ ਦੀ ਬੜੀ ਵੱਡੀ ਟੈਨਸ਼ਨ ਕ੍ਰੀਏਟ ਹੋਈ ਸੀ। ਲੇਕਿਨ ਕੀ ਹੋਇਆ? ਪ੍ਰਧਾਨ ਮੰਤਰੀ ਜਦੋਂ ਅਫਗਾਨਿਸਤਾਨ ਤੋਂ ਵਾਪਸ ਆ ਰਹੇ ਸੀ, ਗਾਨੀ ਖਾਨ ਲਾਹੌਰ ਉੱਤਰ ਕੇ ਰਾਵਲਪਿੰਡੀ ਉੱਤਰ ਗਏ। ਦੇਖੋ ਤੁਸੀਂ ਜਿਹੜੀ ਗੱਲ ਤੁਸੀਂ ਉਠਾਈ ਹੈ ਨਾ ਮਾਲਾ ਸਾਹਿਬ, ਜਿਹੜੀ ਗੱਲ ਤੁਸੀਂ ਉਠਾਈ ਹੈ, ਤੁਹਾਡੀ ਪਾਰਟੀ ਦੇ ਗੁਰਚਰਨ ਗਰੇਵਾਲ ਹੋਰਾਂ ਨੇ ਵੱਡੀ ਸੁਰ 'ਚ ਗੱਲ ਕੀਤੀ ਹੈ ਕਿ ਪ੍ਰਧਾਨ ਮੰਤਰੀ ਨੇ ਬਿਹਾਰ ਰੈਜੀਮੈਂਟ ਦੀ ਗੱਲ ਕੀਤੀ, ਬਿਹਾਰੀਆਂ ਦੀ ਗੱਲ ਕੀਤੀ, ਕਿਉਂਕਿ ਉੱਥੇ ਇਲੈਕਸ਼ਨ ਹੈ। ਸਾਡੇ ਜਿਹੜੇ ਸਿੱਖ ਜਵਾਨ ਸ਼ਹੀਦ ਹੋਏ ਉਹਨਾਂ ਬਾਰੇ ਬਿਲਕੁਲ ਚੁੱਪ ਆ, ਇੱਕ ਅੱਖਰ ਨਹੀਂ ਬੋਲੇ ਪ੍ਰਧਾਨ ਮੰਤਰੀ। ਇਹ ਮੈਂ ਨਹੀਂ ਕਹਿ ਰਿਹਾ, ਇਹ ਤੁਹਾਡੀ ਪਾਰਟੀ ਦਾ ਨੁਮਾਇੰਦਾ ਕਹਿ ਰਿਹਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਕਹਿ ਰਿਹਾ ਹੈ। ਇਹ ਕੁਝ ਤਾਂ ਚੱਲ ਰਿਹਾ, ਆਪਾਂ ਉਹਨਾਂ ਨੂੰ ਕਹਿੰਦੇ ਆ। ਵਾਲੀਆ ਸਾਹਿਬ, ਜਿਹੜੀ ਮੈਂ ਗੱਲ ਕਰ ਰਿਹਾ, ਜਿਹੜੀ ਮੈਂ ਵੀ ਬੜੀ ਸਪਸ਼ਟ ਗੱਲ ਕੀਤੀ ਆ, ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਨੇ, ਜਿਹੜੀਆਂ ਸਾਡੀਆਂ, ਚਾਹੇ ਉਹ ਸਿੱਖ ਰੈਜੀਮੈਂਟਾਂ ਨੇ, ਚਾਹੇ ਉਹ ਸਿੱਖ ਲਾਈ ਰੈਜੀਮੈਂਟਾਂ ਨੇ, ਉਹਨਾਂ ਰੈਜੀਮੈਂਟਾਂ ਨੂੰ ਟੈਨਸ਼ਨ ਦੇ ਮੁੱਕੇ, ਚਾਹੇ ਕੋਈ ਸਰਕਾਰ ਸੀ, ਚਾਹੇ BJP, ਚਾਹੇ ਪਹਿਲਾਂ ਕਾਂਗਰਸ। 62 ਦੀ ਜੰਗ, 65 ਦੀ ਜੰਗ, 71 ਦੀ ਜੰਗ, ਉਹ ਕਿਹੜੀਆਂ ਸਰਕਾਰਾਂ 'ਚ ਹੋਈ? ਉਦੋਂ ਵੀ ਤਾਂ ਸਾਡੀਆਂ ਬਟਾਲੀਆਂ ਲੱਗਦੀਆਂ ਰਹੀਆਂ, ਉਦੋਂ ਵੀ ਸਾਡੇ ਨੌਜਵਾਨ ਸ਼ਹੀਦ ਹੁੰਦੇ ਰਹੇ। ਪਰ ਜਿਹੜਾ ਸਾਡਾ ਕੋਟਾ ਸੀ
ਭਰਤੀ ਦਾ, ਉਹਦੇ ਤੇ ਪਾਬੰਦੀ ਉਵੇਂ ਰਹੀ। ਸਾਡੀ ਤਾਂ ਤੇ ਉਹ ਵੀ ਹੁਣ ਗੱਲ ਕਿਹੜਾ ਹੈ, ਚਲੋ ਖੁੱਲ ਜੇ ਗੱਲ ਹੁਣ ਤੁਸੀਂ ਚੱਲੀ ਭਾਈਵਾਲ ਹੋ, ਸਾਡੀ ਤੁਸੀਂ ਸਾਡੇ ਭਾਈਵਾਲ ਹੋ, ਹੁਣ ਅੱਜ ਤੁਸੀਂ ਖੜਾ ਲਓ। ਵਾਲੀਆ ਤੁਸੀਂ ਸਾਹਿਬ ਭਾਈਵਾਲ ਹੋ ਅਸੀਂ ਨਾ, ਭਾਈਵਾਲ ਹੋਣ ਤੁਸੀਂ ਦੇ ਖੜਾ ਨਾਤੇ ਲਓ। ਵਾਲੀਆ ਸਾਹਿਬ ਸਾਡੀ ਤਾਂ ਹਮੇਸ਼ਾ ਹੀ ਮੰਗ ਆ, ਸਾਡੇ ਪਾਰਟੀ ਦੇ ਪ੍ਰਧਾਨ, ਸਾਡੇ ਪਾਰਟੀ ਦੇ ਮੰਗ ਨੁਮਾਇੰਦੇ ਹੋਣਾ ਜਦੋਂ ਵੀ ਉੱਥੇ ਭਾਈਵਾਲ ਮੰਗ ਹੋਣਾ ਹੋਰ ਗੱਲ ਹੈ। ਹੁੰਦੀਆਂ ਤੁਹਾਡੀ ਉਹ ਪਾਰਟੀ ਮੰਗ ਤਾਂ ਉਦੋਂ ਵੀ ਇਸ਼ੂ ਉੱਠਦੇ ਆ ਜੀ। ਮਤਈ ਮਾਂ ਮੰਗ ਕਾਂਗਰਸ ਹੋਣਾ ਹੋਰ ਪਾਰਟੀ ਗੱਲ ਨੂੰ ਹੁੰਦੀ ਹੈ ਹੁਣ ਮਾਲਾ ਤੱਕ ਅਕਾਲੀ ਸਾਹਿਬ। ਦਲ ਇਹੀ ਕਹਿੰਦਾ ਰਿਹਾ ਕਿ ਕੇਂਦਰ 'ਚ ਮਤਈ ਮਾਂ ਵਾਲਾ ਸਾਡੇ ਨਾਲ ਸਲੂਕ ਹੁੰਦਾ ਹੈ। ਹੁਣ ਤਾਂ ਤੁਹਾਡੀ ਆਪਣੀ ਮਾਂ ਦੀ ਸਰਕਾਰ ਹੈ, ਤੁਸੀਂ ਆਪ ਹਿੱਸੇਦਾਰ ਹੋ ਉਹਦੇ ਵਿੱਚ। ਢਿੱਲੋਂ ਸਾਹਿਬ ਅਸੀਂ ਪੰਜਾਬ ਹਤੈਸ਼ੀ ਆ, ਜਦੋਂ ਪੰਜਾਬ ਨਾਲ ਕਿਸੇ ਮਸਲੇ ਦਾ ਧੱਕਾ ਹੁੰਦਾ ਹੈ ਉਹ ਕੋਈ ਵੀ ਕਰਦਾ, ਸਾਡਾ ਬਣਨਾ ਫਰਜ਼ ਬਣਦਾ। ਜੇ ਕਾਂਗਰਸ ਨੇ ਕੀਤਾ ਤਾਂ ਅਸੀਂ ਕਾਂਗਰਸ ਨੂੰ ਕਿਹਾ ਮਤਰੇਈ ਮਾਂ ਵਾਲਾ ਸਲੂਕ ਕਰਦੇ ਕਰਾ ਕੇ ਆ ਜਾਂਦੇ ਹੋ। ਅੱਜ ਕਹਿੰਦੇ ਹੋ ਅਸੀਂ ਪੰਜਾਬ ਵਿਦੇਸ਼ੀ ਆ। ਆਰਡੀਨੈਂਸ ਤੁਸੀਂ ਇਹ ਵਿੱਚ ਸਾਈਨ ਕਰਕੇ ਤੁਸੀਂ ਕੈਬਨਿਟ ਦੇ ਵਿੱਚ ਪਾਸ ਕਰਾਤੇ ਪੰਜਾਬ ਦੇ ਵਿਰੋਧੀ। ਢਿੱਲੋਂ ਸਾਹਿਬ ਕਿਹੜਾ ਆਰਡੀਨੈਂਸ ਜਿਹੜਾ ਪੰਜਾਬ ਦੇ ਖਿਲਾਫ ਪਾਸ ਹੋਇਆ ਤੇ ਉਹਦੇ ਜਿਹੜੇ ਕਿਤੇ ਤਿੰਨ ਆਰਡੀਨੈਂਸ ਪਾਸ ਕੀਤੇ ਆ, ਕਿਸਾਨੀ ਦੇ ਖਿਲਾਫ ਆ, ਮਜ਼ਦੂਰਾਂ ਦੇ ਖਿਲਾਫ ਆ, ਆੜ੍ਹਤੀਆਂ ਦੇ ਖਿਲਾਫ ਆ। ਇਹ ਇੱਕ ਢਿੱਲੋਂ ਸਾਹਿਬ ਲਾ ਕੇ ਵਿਚਾਰ ਉਹਦੇ ਚ ਪਾਰਟੀ ਨੇ ਔਰ ਕੇਂਦਰੀ ਜਿਹੜਾ ਖੇਤੀਬਾੜੀ ਮੰਤਰੀ ਤੋਮਰ ਜੀ ਬੜਾ ਸਪਸ਼ਟ ਕਿਹਾ ਹੋਇਆ ਕਿ ਐਮਐਸਪੀ ਦਾ ਮੁੱਦਾ ਨਹੀਂ ਹੈ, ਆਪਾਂ ਮੁੱਦੇ ਐਮਐਸਪੀ ਬਰਕਰਾਰ ਤੇ ਰਹੂਗੀ। ਰਹੀਏ। ਇਹ ਤੇ ਨਹੀਂ ਵਾਲੀਆ ਸਾਹਿਬ, ਮੈਂ ਤਾਂ ਇਹਨਾਂ ਦੀ ਪੰਜਾਬ ਹਤੈਸ਼ੀ ਦੀ ਗੱਲ ਕਰਦਾ ਜੀ। ਢਿੱਲੋਂ ਸਾਹਿਬ ਗੱਲ ਹੋ ਗਈ ਆ। ਮੈਂ ਹੁਣ ਇਹ ਕਹਿਣਾ ਤੁਹਾਨੂੰ, ਬੇਨਤੀ ਇਹ ਕਰਨੀ ਹੈ ਕਿ ਆਪਾਂ ਭਾਰਤੀ ਸਾਹਿਬ ਨੇ ਜਵਾਬ ਵੀ ਦੇਣਾ ਹੈ ਔਰ ਢਿੱਲੋਂ ਸਾਹਿਬ ਆਪਣੇ ਰਣ ਸਿੰਘ ਧਾਲੀਵਾਲ ਹੋਰਾਂ ਨੇ ਵੀ ਇੱਕ ਵਾਰ ਹੋਰ ਆਉਣਾ ਹੈ। ਭਾਰਤੀ ਸਾਹਿਬ, ਅਸ਼ੋਕ ਭਾਰਤੀ ਜੀ, ਤੁਸੀਂ ਲਗਾਤਾਰ ਜਿਹੜਾ ਹੈ ਸੁਣਿਆ, ਢਿੱਲੋਂ ਸਾਹਿਬ ਦਾ ਇੱਕ ਆਪਣਾ ਪੁਆਇੰਟ ਆਫ ਵਿਊ ਹੈ। ਉਹਨਾਂ ਨੇ ਬਿਲਕੁਲ ਸਪਸ਼ਟ ਕੀਤਾ, ਜਿਹੜਾ ਤੁਸੀਂ ਕਿਹਾ ਸੀ ਵੀ ਕੇਜਰੀਵਾਲ ਹੁਣ ਮਮਤਾ ਬੈਨਰਜੀ ਦਾ ਬੰਦਾ ਨਹੀਂ, ਉਹ ਨਹੀਂ ਤਾਂ ਉਹਨਾਂ ਦੀ ਵੀ ਗੱਲ ਕਰ ਲੈਂਦੇ। ਗੱਲ ਬੜੀ ਸਪਸ਼ਟ ਹੈ, ਦੇਸ਼ ਲਈ ਸਾਰੀਆਂ ਪੋਲੀਟੀਕਲ ਪਾਰਟੀਆਂ ਇੱਕ ਨੇ, ਲੇਕਿਨ ਜੋ ਕੁਝ ਕੰਟਰਡਿਕਸ਼ਨਸ ਨੇ ਉਹਨਾਂ ਤੇ ਗੱਲ ਜ਼ਰੂਰ ਹੋਣੀ ਚਾਹੀਦੀ ਹੈ। ਬਿਲਕੁਲ ਧਾਲੀਵਾਲ ਸਾਹਿਬ ਨੇ ਜਿਹੜੀ ਗੱਲ ਕਹੀ ਸੀ ਨਾ, ਸਵਾਲ ਤੁਸੀਂ ਵੀ ਕਰਦੇ ਸੀ, ਮੈਂ ਕਿਹਾ ਕਿ ਉਹ ਤਾਂ ਇੱਥੇ ਬੈਠੇ ਸਵਾਲ ਕਰਦੇ ਨੇ। ਪਹਿਲਾਂ ਤਾਂ ਫੈਕਟ ਫਾਈਂਡਿੰਗ ਕਮੇਟੀ ਬਣਾ ਕੇ ਉੱਥੇ ਵੀ ਗਏ ਸੀ, ਜਿਵੇਂ ਹੁਣ ਜਾ ਕੇ ਕਹੇ ਸੀ ਦੇਖ ਕੇ ਆਉਣੇ ਆ। ਹਾਲਾਂਕਿ ਬਹੁਤ ਸਾਰੇ ਸਾਡੇ ਚੈਨਲ ਝੂਠ ਬੋਲਦੇ ਨੇ, ਉੱਥੇ ਕੋਈ ਗਰਾਊਂਡ ਜ਼ੀਰੋ ਤੇ ਨਹੀਂ ਕਿਹਾ ਜਾ ਹੀ ਨਹੀਂ ਸਕਦਾ। ਉਹ 118 ਕਿਲੋਮੀਟਰ ਤੱਕ ਪਿੱਛੇ ਖੜ ਕੇ ਕਹਿ ਦਿੰਦੇ ਨੇ ਅਸੀਂ ਗਰਾਊਂਡ ਜ਼ੀਰੋ ਤੇ ਖੜੇ ਆ, ਔਰ ਲੋਕਾਂ ਨੂੰ ਉਹ ਬਿਲਕੁਲ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਹਾਲਾਂਕਿ ਲੋਕਾਂ ਨੂੰ ਅਸੀਂ ਥਾਂ ਥਾਂ ਤੇ ਵਾਰ-ਵਾਰ ਅਸੀਂ ਜਾਗਰਤ ਕਰਦੇ ਹਾਂ ਕਿ ਉੱਥੋਂ ਗਰਾਊਂਡ ਜ਼ੀਰੋ ਤੋਂ ਕਿਸੇ ਕਿਸਮ ਦੀ ਕੋਈ ਰਿਪੋਰਟਿੰਗ ਨਹੀਂ। ਹਾਂ, ਅਸੀਂ ਇਹ ਜ਼ਰੂਰ ਦੱਸਦੇ ਹਾਂ ਜਿਹੜੀਆਂ ਸੈਟਲਾਈਟ ਦੀਆਂ ਤਸਵੀਰਾਂ ਨੇ ਜਾਂ ਜਿਹੜਾ ਵਰਲਡ ਮੀਡੀਆ ਜੋ ਕਹਿ ਰਿਹਾ ਹੈ ਉਹ ਤੇ ਸਾਨੂੰ ਯਕੀਨ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਯਕੀਨ ਨਹੀਂ, ਪਰ ਜੋ ਫੈਕਟ ਨੇ ਉਹਨਾਂ ਦੀ ਗੱਲ ਕਰਦੇ ਹਾਂ। ਭਾਰਤੀ ਸਾਹਿਬ, ਤੁਸੀਂ ਸਾਰੇ ਓਵਰਆਲ ਹੁਣ ਸਭ ਨੂੰ ਸੁਣਿਆ, ਕੀ ਤੁਹਾਡਾ ਜਵਾਬ ਹੈ? ਵਾਲੀਆ ਸਾਹਿਬ, ਗੱਲ ਇਹ ਹੈ ਕਿ ਮੈਂ ਮਹਿਸੂਸ ਕਰਦਾ ਕਿ ਢਿੱਲੋਂ ਸਾਹਿਬ ਇਸ ਡਿਬੇਟ ਨੂੰ ਥੋੜਾ ਸਾਈਡ ਟਰੈਕ ਕਰਕੇ ਲੈ ਗਏ ਸੀ, ਐਗਰੀਕਲਚਰ ਵੱਲ ਜਾਂ ਦੂਸਰੀਆਂ ਗੱਲਾਂ, ਪੰਜਾਬ ਦੀਆਂ ਗੱਲਾਂ ਵੱਲ ਲੈ ਗਏ ਸੀ। ਅੱਜ ਅਸੀਂ ਚਾਈਨਾ ਦੇ ਇਸ਼ੂ ਦੇ ਉੱਤੇ ਜੋ ਕਾਂਗਰਸ ਐਂਡ ਭਾਰਤੀ ਜਨਤਾ ਪਾਰਟੀ ਦੇ ਵਿੱਚ 26 ਜੰਗ ਅਕਾਲੀ ਦਲ ਦੇ ਕਹਿਣ ਤੇ ਵੀ ਉਹ ਪੰਜਾਬ ਹਤੈਸ਼ੀ ਹੈ। ਆਪਾਂ ਡਿਬੇਟ ਉਸ ਤੇ ਵੀ ਕਰ ਲਾਂਗੇ ਕਿਸ ਦਿਨ। ਉਸ ਦੇ ਵਿੱਚ ਜਿਹੜੀ ਹੈਗੀ ਉਹ ਸ਼ਬਦੀ ਜੰਗ ਦੇ ਬਾਰੇ ਹੀ ਅੱਜ ਆਪਾਂ ਗੱਲ ਕਰਨੀ ਸੀ। ਜਿਹੜੇ ਰਹਿ ਗਏ ਕਿ ਉਹਨਾਂ ਨੇ, ਮੈਂ ਪਹਿਲਾਂ ਹੀ ਗੱਲ ਕਲੀਅਰ ਕਰ ਚੁੱਕਿਆ ਕਿ ਟੈਨਸ਼ਨ ਤਾਂ ਹੈ, ਸਾਡੇ ਜਵਾਨ ਵੀ ਸ਼ਹੀਦ ਹੋਏ ਆ, ਕਿਸੇ ਨੇ ਕੋਈ ਐਸ ਨਹੀਂ ਕੀਤਾ, ਔਰ ਉਹਨਾਂ ਦੇ ਲੋਕ ਵੀ ਸ਼ਹੀਦ ਹੋਏ ਆ। ਔਰ ਪ੍ਰਾਈਮ ਮਿਨਿਸਟਰ ਨੇ, ਡਿਫੈਂਸ ਮਿਨਿਸਟਰ ਨੇ, ਹੋਮ ਮਿਨਿਸਟਰ ਨੇ, ਸਾਡੇ ਮਿਲਟਰੀ ਦੇ ਜਨਰਲ ਕਰਨਲ ਸਾਰਿਆਂ ਨੇ ਇਹ ਡਿਕਲੇਅਰ ਕੀਤਾ ਕਿ ਉੱਥੇ ਵੀ ਜਗ੍ਹਾ ਦੇ ਉੱਤੇ ਐਡਵੋਕੇਟ ਸਾਹਿਬ ਜਿਹੜੇ ਉਹਨਾਂ ਦੇ ਸ਼ਹੀਦ ਹੋਏ ਨੇ ਨਾ, ਉਹਨਾਂ ਦਾ ਸਾਡੇ ਕੋਲ ਪ੍ਰੂਫ ਕੋਈ ਨਹੀਂ, ਉਹਨਾਂ ਦੇ ਸ਼ਹੀਦ ਪ੍ਰੂਫ ਨਹੀਂ ਹੈਗਾ। ਉਹ ਤਾਂ ਵਾਲੀ ਜੀ ਮੈਂ ਦੱਸਾਂ, 1962 ਦਾ ਵੀ ਜੇ ਤੁਸੀਂ ਕੱਢ ਲਓ ਨਾ, ਸਾਡੇ ਕੋਲ 1962 ਦੇ ਵੀ ਉਹਨਾਂ ਨੇ ਕਿਹਾ ਸਾਡਾ ਕੋਈ ਸ਼ਹੀਦ ਨਹੀਂ ਹੋਇਆ, ਉਹਨਾਂ ਦਾ ਕੋਈ ਪ੍ਰੂਫ ਨਹੀਂ, ਕਿਉਂਕਿ ਉਧਰ ਕਮਿਊਨਿਸਟ ਪਾਰਟੀ ਜਿਹੜੀ ਹੈ ਇੱਕ ਕਿਸਮ ਦੀ ਡਿਕਟੇਟਰਸ਼ਿਪ ਆ, ਉਹ ਦੇਣਗੇ ਵੀ ਨਹੀਂ ਚਾਹੇ ਜਿੰਨੇ ਮਰਜ਼ੀ ਮਰ ਜਾਣ, ਉਹਨਾਂ ਨੇ ਨਹੀਂ ਦੇਣਾ। ਜੀ। ਜਿੱਦ ਤੱਕ ਧਾਲੀਵਾਲ ਸਾਹਿਬ ਨੇ ਇਹਨਾਂ ਨੇ ਵਾਲੀਆ ਜੀ ਨੇ ਜਿਹੜੀ ਗੱਲ ਇਹਨਾਂ ਨੇ ਜਿਹੜੀ ਗੱਲ ਕੀਤੀ ਸੀ, ਢਿੱਲੋਂ ਸਾਹਿਬ ਨੇ ਜਿਹੜੀ ਪੈਸੇ ਦੀ ਗੱਲ ਹੈਗੀ ਆ, ਮੈਂ ਪੈਸੇ ਦੀ ਗੱਲ ਤਾਂ ਕੀਤੀ ਸੀ ਕਿ ਜਿਹੜਾ 10 ਲੱਖ ਰੁਪਇਆ ਚਾਈਨੀਜ਼ ਅੰਬੈਸੀ ਤੋਂ ਲਿਆ ਔਰ 90 ਲੱਖ ਰੁਪਇਆ ਚਾਈਨੀਜ਼ ਕਮਿਊਨਿਸਟ ਪਾਰਟੀ ਤੋਂ ਲਿਆ, ਅੰਡਰ ਦੀ ਟੇਬਲ ਔਨ ਦੀ ਟੇਬਲ ਲਿਆ, ਜਿਹੜਾ ਕਿ ਰਿਕਾਰਡ ਦੇ ਵਿੱਚ ਹੈਗਾ, ਕਾਂਗਰਸ ਪਾਰਟੀ ਨੇ ਲਿਆ, ਇੱਕ ਪਾਰਟੀ ਤੋਂ ਲਿਆ। ਔਰ ਧਾਲੀਵਾਲ ਸਾਹਿਬ, ਮੈਂ ਤੁਹਾਨੂੰ ਇੱਕ ਦੱਸਾਂ ਕਿ ਅਸੀਂ ਜਿਹੜਾ ਅਸੀਂ ਵੀ ਲਾਏ ਸੀਗੇ, ਅਸੀਂ ਉਦੋਂ ਲਾਏ ਸੀ ਜਦੋਂ LOC ਦੇ ਉੱਤੇ ਪਾਕਿਸਤਾਨ ਦੇ ਵਿੱਚ ਸਾਡੇ ਜਵਾਨਾਂ ਨੂੰ ਮਾਰ ਕੇ ਉਹਨਾਂ ਦੇ ਸਿਰ ਕੱਟ ਕੇ ਨਾਲ ਲੈ ਜਾਂਦੇ ਸੀ, ਔਰ ਉਦੋਂ ਅਸੀਂ ਲਾਇਆ ਸੀ। ਉਦੋਂ ਇੰਨੀ ਟੈਨਸ਼ਨ ਵਾਲੀ ਗੱਲ ਨਹੀਂ ਸੀ, ਅਸੀਂ ਤਾਂ ਉਦੋਂ ਲਾਏ ਸੀ, ਅਸੀਂ ਜ਼ਮੀਨ ਦੀ ਕਦੇ ਗੱਲ ਨਹੀਂ ਕੀਤੀ ਸੀ। ਜੇ ਲੜਾਈ ਦੀ ਗੱਲ ਹੁੰਦੀ ਸ਼ਾਇਦ ਅਸੀਂ ਵੀ ਉਦੋਂ, ਜੇ ਵਾਜਪਾਈ ਜੀ ਇਹ ਗੱਲ ਕਹਿ ਰਹੇ ਆ, ਕਹਿ ਸਕਦੇ ਆ ਕਿ ਇੰਦਰਾ ਗਾਂਧੀ ਦੁਰਗਾ ਦੀ ਤਰ੍ਹਾਂ ਉੱਥੇ ਲੜੀ ਪਾਕਿਸਤਾਨ ਦੇ ਵਿੱਚ,
ਤਾਂ ਅਸੀਂ ਉੱਥੇ ਗਵਰਨਮੈਂਟ ਦੇ ਨਾਲ ਖੜਦੇ। ਉਦੋਂ ਜਦੋਂ ਸਾਡੇ ਜਵਾਨਾਂ ਨੂੰ ਆ ਕੇ ਮਾਰ ਕੇ ਚਲੇ ਜਾਂਦੇ ਸੀ ਤਾਂ ਉਦੋਂ ਗੱਲ ਕੀਤੀ ਸੀ। ਹੁਣ ਅੱਜ ਉੱਥੇ ਜਿਸ ਤਰ੍ਹਾਂ ਦੇ ਹਾਲਾਤ ਹੈ ਇਹ ਸਭ ਦੀ ਨਜ਼ਰ ਦੇ ਵਿੱਚ ਹੈ। ਜੇ ਮੈਂ ਸੋਨੀਆ ਗਾਂਧੀ, ਰਾਹੁਲ ਗਾਂਧੀ ਐਂਡ ਪ੍ਰਿयंका ਗਾਂਧੀ ਦਾ ਨਾਮ ਲਿਆ, ਮੈਂ ਇਸ ਕਰਕੇ ਲਿਆ। ਧਾਲੀਵਾਲ ਸਾਹਿਬ, ਤੁਸੀਂ ਮੈਨੂੰ ਦੱਸ ਦਿਓ ਕਿ ਕਿਸੇ ਵੀ ਦੇਸ਼ ਦੀਆਂ ਅਲੱਗ-ਅਲੱਗ ਪਾਰਟੀਆਂ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਕਾਂਗਰਸ ਪਾਰਟੀ ਔਰ ਚਾਈਨਾ ਦੀ ਜਿਹੜੀ ਹੈ ਕਮਿਊਨਿਸਟ ਪਾਰਟੀ, ਉਸ ਦੇ ਵਿੱਚ MOU ਸਾਈਨ ਹੋਇਆ ਕਦੇ ਵੀ ਵਰਡ ਦੇ ਵਿੱਚ, ਰਿਕਾਰਡ ਦੇ ਵਿੱਚ ਮੈਨੂੰ ਦੱਸ ਦਿਓ ਵੀ ਕਿਸੇ ਪਾਰਟੀਆਂ ਦੇ ਵਿੱਚ MOU ਸਾਈਨ ਹੋਏ ਹੋਣ। ਉਧਰ ਦੀਆਂ ਪਾਰਟੀਆਂ ਇੱਧਰਾਂ ਦੀਆਂ ਆਪੋਜੀਸ਼ਨ ਨੂੰ ਮਿਲਦੀਆਂ, ਰੂਲਿੰਗ ਪਾਰਟੀ ਨੂੰ ਮਿਲਦੀਆਂ, ਇੱਧਰ ਦੀਆਂ ਉਧਰ ਜਾ ਕੇ ਵੀ ਮਿਲਦੀਆਂ। ਇਹ ਇੱਕ ਰਵਾਇਤ ਹੈ, ਇਹ ਸ਼ੁਰੂ ਤੋਂ ਮਿਲਦੀਆਂ। ਔਰ ਦੂਜੀ ਗੱਲ ਮੈਂ ਤੁਹਾਨੂੰ ਦੱਸਦਾ, ਡੋਕਲਮ ਦੇ ਵਿੱਚ ਜਦੋਂ ਇਸੇ ਤਰ੍ਹਾਂ ਟੈਨਸ਼ਨ ਸੀ ਔਰ ਰਾਹੁਲ ਗਾਂਧੀ ਉੱਥੇ ਗਿਆ, ਜਾ ਕੇ ਉੱਥੇ ਇਕੱਲਾ ਨਹੀਂ ਗਿਆ, ਵਾਡਰਾ ਫੈਮਿਲੀ ਨੂੰ ਨਾਲ ਲੈ ਕੇ ਗਿਆ। ਉਹ ਸਾਡੇ ਜਿਹੜੇ ਚਾਈਨੀਜ਼ ਅੰਬੈਸਡਰ ਹੈ, ਚਾਈਨੀਜ਼ ਅੰਬੈਸਡਰ ਨਾਲ ਮੀਟਿੰਗ ਕੀਤੀ, ਉਸ ਨਾਲ ਵਿਦ ਫੈਮਿਲੀ ਲੰਚ ਕੀਤਾ ਔਰ ਮੁੱਕਰ ਗਿਆ। ਮੁੱਕਰਨ ਤੋਂ ਬਾਅਦ ਕੀ ਹੋਇਆ? ਮੁੱਕਰਨ ਤੋਂ ਬਾਅਦ ਜਦੋਂ ਮੀਡੀਆ ਨੇ ਉਹਦੀਆਂ ਫੋਟੋਆਂ ਦਿਖਾਤੀਆਂ ਔਰ ਜਦੋਂ ਚਾਈਨੀਜ਼ ਅੰਬੈਸੀ ਨੇ ਉਸ ਨੂੰ ਕਨਫਰਮ ਕਰਤਾ ਤਾਂ ਉਸ ਟਾਈਮ ਮੰਨਣਗੇ। ਔਰ ਤੀਸਰੀ ਗੱਲ ਜਿਹੜੀ ਇਸ ਤੋਂ ਵੀ ਵੱਡੀ ਹੈ, ਜਿਹੜੀ ਹੁਣ ਦੀ ਗੱਲ ਹੈ, ਮੇਰੇ ਕੋਲ ਅਧੀਰ ਰੰਜਨ ਚੌਧਰੀ ਦਾ ਜਿਹੜਾ ਹੈਗਾ ਉਹਦਾ ਟਵੀਟ ਹੈਗਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਚਾਈਨਾ ਇੱਕ ਸੱਪ ਹੈ, ਇਸ ਨੂੰ ਕੁਚਲ ਦੇਣਾ ਚਾਹੀਦਾ ਹੈ ਔਰ ਹਿੰਦੁਸਤਾਨ ਦੀ ਗਵਰਨਮੈਂਟ ਦੇ ਨਾਲ ਅਸੀਂ ਖੜੇ। ਕਾਂਗਰਸ ਦਾ MP ਹੈ ਔਰ ਸਾਨੂੰ ਤਾਈਵਾਨ ਨੂੰ ਸਾਨੂੰ ਰਿਕੋਗਨੀਸ਼ਨ ਦੇਣੀ ਚਾਹੀਦੀ ਹੈ। ਉਸ ਦੇ ਟਵੀਟ ਨੂੰ ਡਿਲੀਟ ਕਰਾ ਕੇ ਆਨੰਦ ਸ਼ਰਮਾ ਨੇ ਆਪਦਾ ਟਵੀਟ ਦਿੱਤਾ। ਜੇ ਮੈਂ ਕਹੂੰ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਉਹ ਟਵੀਟ ਵੀ। Anand Sharma had tweeted, "The Indian National Congress recognize and value the special strategic partnership between India and China as two ancient civilizations and large economies of the world. Both countries are destined to make the significant contribution in the 21st century." ਉਹ ਡਿਲੀਟ ਕਰਾਉਣ ਦੀ ਕਿਹੜੀ ਲੋੜ ਸੀ ਇਹਨਾਂ ਨੂੰ? ਤਾਂ ਕਰਕੇ ਸਾਨੂੰ ਰਾਹੁਲ ਗਾਂਧੀ ਤੇ ਇਹਨਾਂ ਦੇ ਸ਼ੱਕ ਹੁੰਦਾ ਹੈ ਕਿ ਇਹ ਚਾਈਨਾ ਦੀ ਭਾਸ਼ਾ ਬੋਲਦੇ ਆ। ਇਸ ਟਾਈਮ ਸਾਨੂੰ ਦੇਸ਼ ਦੀ ਭਾਸ਼ਾ ਬੋਲਣੀ ਚਾਹੀਦੀ ਹੈ। ਮੈਂ ਤਾਂ ਹੀ ਇਹ ਜੀ ਬਿਲਕੁਲ 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 ਤੁਸੀਂ ਆਪਣੀ ਗੱਲ ਰੱਖਦੀ, ਪਰ ਇੱਕ ਗੱਲ ਅਸ਼ੋਕ ਭਾਰਤੀ ਜੀ, ਇਹ ਗੱਲ ਆਪਾਂ ਨੂੰ ਮੰਨ ਕੇ ਚੱਲੀਏ ਕਿ ਆਪੋਜੀਸ਼ਨ ਦਾ ਇੱਕ ਜਿਹੜਾ ਹੈ ਰੋਲ ਹੁੰਦਾ। ਜਿਵੇਂ ਹੁਣ ਤੁਸੀਂ ਕਿਹਾ, ਮੀਡੀਆ ਦੀਆਂ ਫੋਟੋਆਂ ਜਦੋਂ ਦੇਖੀਆਂ ਤੁਸੀਂ ਤਾਂ ਇਹ ਮੰਨੇ, ਪਹਿਲਾਂ ਨਹੀਂ। ਬਿਲਕੁਲ ਉਹੀ ਗੱਲ ਹੈ ਜਿਹੜੀ ਮੈਂ ਹੁਣ ਕਹਿ ਰਿਹਾ। ਮੀਡੀਆ ਕੁਝ ਹੋਰ ਕਹਿ ਰਿਹਾ ਤੇ ਇਸੇ ਕਰਕੇ ਲੋਕ ਇਹ ਡਿਬੇਟ ਕਰ ਰਹੇ ਨੇ। ਇਸੇ ਕਰਕੇ ਹੀ ਵੈਸੇ ਮੈਂ ਸਮਝਦਾ ਸਵਾਲ ਕਰਨ ਨਾਲ ਕੋਈ ਬੰਦਾ ਦੇਸ਼ ਧਰੋਹੀ ਨਹੀਂ ਹੋ ਜਾਂਦਾ। ਸਵਾਲ ਪੁੱਛਣ ਨਾਲ ਕੋਈ ਬੰਦਾ ਇਹ ਨਹੀਂ ਹੋ ਸਕਦਾ ਕਿ ਉਹ ਐਂਟੀ ਨੈਸ਼ਨਲ ਹੈ। ਸਵਾਲ ਕਰਨਾ ਮੇਰਾ ਖਿਆਲ ਹੈ ਮੀਡੀਆ ਦਾ ਵੀ ਹੱਕ ਹੈ ਔਰ ਆਪੋਜੀਸ਼ਨ ਦਾ ਵੀ ਹੱਕ ਹੈ। ਔਰ ਜਵਾਬ ਦੇਣਾ ਮੇਰਾ ਖਿਆਲ ਹੈ ਇੱਕ ਰਿਸਪੌਂਸਿਬਲ ਲੀਡਰ ਦਾ ਉਹਦਾ ਫਰਜ਼ ਹੈ ਕਿ ਜਿਨ੍ਹਾਂ ਲੋਕਾਂ ਨੇ ਉਹਨੂੰ ਬਣਾਇਆ ਉਹਨਾਂ ਨੂੰ ਜਵਾਬ ਦੇਵੇ। ਬਿਲਕੁਲ। ਤੇ ਧਾਲੀਵਾਲ ਸਾਹਿਬ, ਕਿਉਂਕਿ ਆਪਾਂ ਹੁਣ ਬਸ ਲਾਸਟ ਲੈਕਤੇ ਆ, ਜਾਂਦੇ ਜਾਂਦੇ ਤੁਹਾਡੇ 2-2.5 ਮਿੰਟ ਦੀ ਟਿੱਪਣੀ। ਦੇਖੋ, ਇਹ ਲੜਾਈ ਜਿਹੜੀ ਨਾ ਕਾਂਗਰਸ ਤੇ BJP ਦੀ ਤਾਂ ਵੈਸੇ ਹੀ ਬਣਾਈ ਹੋਈ ਹੈ। BJP ਦੀ ਲੜਾਈ ਨਹੀਂ, ਕਾਂਗਰਸ ਦੇ ਸਵਾਲ ਸਰਕਾਰ ਨੂੰ ਨੇ। ਸਰਕਾਰ ਦਾ ਜਵਾਬ ਦੇਣਾ ਮੰਗਦਾ ਹੈ। ਇਤਿਹਾਸ ਗਵਾਹ ਹੈ, ਜਦੋਂ ਕਾਂਗਰਸ ਦੇ ਪ੍ਰਧਾਨ ਮੰਤਰੀ ਨੂੰ ਏਦਾਂ ਦੀ ਸਿਚੁਏਸ਼ਨ 'ਚ BJP ਨੇ ਸਵਾਲ ਕੀਤਾ ਸੀ, ਮੰਗ ਕੀਤੀ ਸੀ, ਤਾਂ ਪਾਰਲੀਮੈਂਟ ਦਾ ਇਜਲਾਸ ਬੁਲਾ ਕੇ ਡਿਸਕਸ ਹੋਇਆ ਸੀ ਸਾਰਾ ਕੁਝ। ਉਹ ਰਿਕਾਰਡ ਨਾ ਭੁੱਲੋ ਸਾਰਾ ਕੁਝ। ਤੇ ਹੁਣ ਮਤਲਬ ਇਹ ਕਿਹਾ ਜਾਂਦਾ ਸਵਾਲ ਕਿਉਂ ਕਰਦੇ ਹੋ? ਪ੍ਰਧਾਨ ਮੰਤਰੀ ਜੀ ਨੂੰ ਮੈਂ ਫਿਰ ਉਹੀ ਗੱਲ ਕਹਿਣਾ ਕਿ ਕਹਿਣਾ ਚਾਹੀਦਾ ਹੈ ਕਿ ਜਿਹੜੀ ਸਾਡੀ ਜ਼ਮੀਨ ਤੇ ਜੇ ਫੌਜੀ ਸ਼ਹੀਦ ਹੋਏ ਨੇ, ਮਤਲਬ ਉਹ ਜੁਝਾਰੂ ਜਵਾਨ ਜਿਹੜੇ ਆਪਣੀ ਜ਼ਿੰਦਗੀ ਤੇ ਖੇਡ ਗਏ, ਮਤਲਬ ਉਹਨਾਂ ਨੂੰ ਸਨਮਾਨ ਤਾਂ ਦੇਣਾ ਚਾਹੀਦਾ ਨਾ। ਕਿ ਜੇ ਉਹ ਸਾਡੀ ਜ਼ਮੀਨ ਤੇ ਸ਼ਹੀਦ ਹੋਏ ਨੇ ਤਾਂ ਇਹਦਾ ਮਤਲਬ ਚਾਈਨਾ ਸਾਡੇ 'ਚ ਵੜ ਗਿਆ ਸੀ। ਜੇ ਉਹ ਉੱਥੇ ਜਾ ਕੇ ਸ਼ਹੀਦ ਹੋਏ ਫਿਰ ਦੱਸ ਦੇਣ ਵੀ ਆਰਡਰ ਕਿਹਦਾ ਸੀ, ਉੱਥੇ ਕਿਹਨੇ ਭੇਜੇ ਸੀ। ਬਸ ਦੋ ਹੀ ਗੱਲਾਂ ਨੇ, ਹੋਰ ਤੀਜੀ ਤਾਂ ਮੈਂ ਗੱਲ ਹੀ ਨਹੀਂ ਕਹਿੰਦਾ ਕੋਈ। ਜਿਹੜੀ ਇਹ ਗੱਲ ਕਹਿੰਦੇ ਨੇ ਕਿ ਜੇ ਦੋ ਪਾਰਟੀਆਂ ਦਾ ਸਮਝੌਤਾ ਹੋਇਆ, ਜੇ ਇਹਨਾਂ ਨੇ ਪੈਸੇ ਲਏ ਨੇ, ਜੇਕਰ ਕਨਸਟੀਟਿਊਸ਼ਨ ਦੇ ਕਿਤੇ ਵੀ ਖਿਲਾਫ ਹੈ ਤਾਂ ਕਾਰਵਾਈ ਕਰਨ ਇਹਨਾਂ ਤੇ। ਜੇ ਦੁਨੀਆ 'ਚ ਇਦਾਂ ਦੇ MOU ਨਹੀਂ ਹੋ ਸਕਦੇ, ਇਹਨਾਂ ਨੇ ਕਰ ਲਏ ਤਾਂ ਗਲਤ ਕੀਤਾ ਇਹਨਾਂ ਨੇ। ਨਿਯਮਾਂ ਮੁਤਾਬਕ ਉਹਨਾਂ ਤੇ ਕਾਰਵਾਈ ਕਰਨ। 6 ਸਾਲ ਹੋ ਗਏ ਸਰਕਾਰ ਬਿਠਾਈ ਨੂੰ, ਕੀ ਕਰਦੇ ਨੇ, ਕਿਉਂ ਨਹੀਂ ਕਰਦੇ? ਦੇਸ਼ ਦੇ ਹਾਲ ਜੇਕਰ, ਮੈਂ ਨਹੀਂ ਕਹਿੰਦਾ ਇਹ ਭਾਰਤੀ ਜੀ ਦਾ ਬਿਆਨ ਹੈ, ਜੇਕਰ ਕਾਂਗਰਸ ਨੇ ਐਡਾ ਵੱਡਾ ਧੋਖਾ ਕੀਤਾ ਹੈ ਕਿ ਉਹ MOU ਜਿਹੜਾ ਦੁਨੀਆ ਤੇ ਕਿਤੇ ਨਹੀਂ ਸਾਈਨ ਹੋਇਆ, ਇਹਨਾਂ ਦੇ ਵਿੱਚ ਸਾਈਨ ਹੋ ਗਿਆ, ਤਾਂ ਫਿਰ ਮਤਲਬ ਇਹ ਸਰਕਾਰ ਕੀ ਕਰਦੀ ਹੈ ਨਿਚਰਾਂ ਦਾ? ਕਿਹੜੇ ਦੇਸ਼ ਦੀ ਹਿੱਤਾਂ ਦੀ ਰਖਵਾਲੀ ਕਰ ਰਹੀ ਹੈ? ਇਸ ਗੱਲ ਦਾ ਜਵਾਬ ਮੈਨੂੰ ਲੱਗਦਾ ਇਹ ਖੁਦ ਹੀ ਦੇਣ। ਮੈਨੂੰ ਨਹੀਂ ਲੱਗਦਾ ਜੋ ਆਪ ਕਹਿ ਰਹੇ ਨੇ ਉਹ ਜੋ ਕੁਝ ਅਧੀਰ ਰੰਜਨ ਦਾ ਕਹਿ ਰਹੇ ਨੇ ਕਿ ਉਹਨਾਂ ਨੇ ਕੀ ਕਿਹਾ, ਇਸ ਤਰ੍ਹਾਂ ਦੇ ਬਹੁਤ ਸਾਰੇ ਆਉਂਦੇ ਨੇ। ਕੱਲ ਇੱਕ BJP ਦੇ ਨੇਤਾ ਦਾ ਬਿਆਨ ਆਇਆ
ਕਿ ਵਿਦੇਸ਼ ਦੀ ਔਰਤ ਦੀ ਕੁੱਖ ਤੋਂ ਜਨਮਿਆ ਹੋਇਆ ਦੇਸ਼ ਭਗਤੀ ਨਹੀਂ ਹੋ ਸਕਦਾ। ਮੈਨੂੰ ਲੱਗਦਾ ਇਹ ਬਹੁਤ ਲੋਅਰ ਲੈਵਲ ਦੇ ਬਿਆਨ ਨੇ, ਵੱਡੇ ਲੀਡਰ ਦਾ ਬਿਆਨ ਹੈ, ਮੈਂ ਨਾਂ ਨਹੀਂ ਲੈਣਾ ਚਾਹਤਾ। ਐਦਾਂ ਦੀਆਂ ਗੱਲਾਂ ਜਿਹੜੀਆਂ ਨਾ ਇਹ ਭੜਕਾਟ ਚ ਕਰਦੇ ਨੇ ਬੀਜੇਪੀ ਵਰਸਸ ਕਾਂਗਰਸ। ਇਹਦੇ ਵਿੱਚ ਲੋਕਾਂ ਦਾ ਮੇਰੇ ਖਿਆਲ ਧਿਆਨ ਹੋਰ ਕਿਧਰੇ ਅਟਰੈਕਟ ਕਰਨ ਲਈ, ਜੋ ਮੈਨੂੰ ਸਹੀ ਲੱਗਦਾ ਹੈ ਕਿ ਅਸਲ ਮੁੱਦੇ ਤੋਂ ਭਟਕਾ ਕੇ ਧਿਆਨ ਕਿਤੇ ਹੋਰ ਲੈ ਜਾਣਾ ਇਹਨਾਂ ਦਾ ਮੰਤਵ ਹੋ ਸਕਦਾ ਹੈ। ਇਹ ਚ ਕਾਂਗਰਸ ਵੀ ਘੱਟ ਨਹੀਂ ਕਰਦੇ ਨੇ, ਜਿੱਥੇ ਜੀ ਕਰਦਾ ਜੀ 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 ਧਾਲੀਵਾਲ ਸਾਹਿਬ ਤੁਹਾਡੀ ਗੱਲ ਆ ਗਈ। ਸੱਚੀ ਗੱਲ ਤਾਂ ਇਹ ਹੈ ਜਿਹੜੇ ਪਹਿਲੇ ਦਰਸ਼ਕੋ, ਜਦੋਂ ਅਸੀਂ ਇਸ ਤਰ੍ਹਾਂ ਦਾ ਪ੍ਰੋਗਰਾਮ ਕਰਦੇ ਹਾਂ ਜੋ ਧਾਲੀਵਾਲ ਸਾਹਿਬ ਨੇ ਅਖੀਰ ਚ ਕਿਹਾ ਕਿ ਲੋਕਾਂ ਦਾ ਧਿਆਨ ਡਾਇਵਰਟ ਕਰਦੇ ਨੇ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਦਾ ਧਿਆਨ ਅਸੀਂ ਅਸਲੀ ਮੁੱਦਿਆਂ ਤੇ ਦਵਾਈਏ। ਔਰ ਸਾਡੀ ਕੋਸ਼ਿਸ਼ ਇਹ ਵੀ ਹੈ ਇੱਕ ਰੀਜਨਲ ਚੈਨਲ ਹੋਣ ਦੇ ਨਾਤੇ ਕਿ ਅਸੀਂ ਪੰਜਾਬੀ ਭਾਸ਼ਾ ਦੇ ਵਿੱਚ ਉਸ ਤਰ੍ਹਾਂ ਦੀ ਜਾਣਕਾਰੀ, ਉਸ ਤਰ੍ਹਾਂ ਦਾ ਗਿਆਨ, ਉਸ ਤਰ੍ਹਾਂ ਦੀ ਗੱਲ ਕਰੀਏ ਜਿਹਦੀ ਜ਼ਰੂਰਤ ਹੈ, ਜਿਹੜੀ ਸਿਰਫ ਤੇ ਸਿਰਫ ਨੈਸ਼ਨਲ ਚੈਨਲ ਕਰਦੇ ਨੇ ਤੇ ਪਤਾ ਨਹੀਂ ਉਹ ਕਿਸ ਕਿਸਮ ਦੀ ਗੱਲ ਕਰ ਜਾਂਦੇ ਨੇ, ਕਿਉਂਕਿ ਸਾਡੇ ਆਮ ਲੋਕਾਂ ਤੱਕ ਉਹ ਗੱਲ ਨਹੀਂ ਪਹੁੰਚਦੀ। ਤੇ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਤੇ ਸਾਡੀ ਕੋਸ਼ਿਸ਼ ਜਾਰੀ ਰਹੇਗੀ। ਅੱਜ ਸਾਡੀ ਕੋਸ਼ਿਸ਼ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹਦਾ ਮੈਨੂੰ ਤੁਹਾਡੇ ਹੰਗਾਰੇ ਦੀ ਜਿਹੜੇ ਹੈ ਉਡੀਕ ਰਹੇਗੀ। ਐਡਵੋਕੇਟ ਅਸ਼ੋਕ ਭਾਰਤੀ ਜੀ, ਗੁਰਵਿੰਦਰ ਸਿੰਘ ਢਿੱਲੋਂ ਸਾਹਿਬ और सरदार राजबंत सिंह साहब और डॉक्टर रण सिंह धालीवाल साहब, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਏ, ਤੁਸੀਂ ਗੱਲ ਕੀਤੀ। ਔਰ ਮੈਂ ਜਾਂਦਾ ਹੋਇਆ ਫਿਰ ਕਹਿ ਰਿਹਾ ਕਿ ਕਾਂਗਰਸ ਦੇ ਨੁਮਾਇੰਦੇ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ। ਇੱਕ ਰਿਸਪੌਂਸਿਬਲ ਬੰਦਾ ਹੋਵੇ, ਐਮਐਲਏ ਹੋਵੇ, ਉਸ ਨੂੰ ਇਸ ਤਰ੍ਹਾਂ ਦੀ ਗੱਲ ਠੀਕ ਨਹੀਂ ਲੱਗੀ। ਸ਼ਾਇਦ ਤੁਹਾਨੂੰ ਵੀ ਨਾ ਲੱਗੀ ਹੋਵੇ। ਤੇ ਤੁਹਾਡੇ ਜਿਹੜੇ ਤੁਹਾਡਾ ਧੰਨਵਾਦ ਇਸ ਕਰਕੇ ਕਰਨਾ ਬਣਦਾ ਪਿਆਰੇ ਦਰਸ਼ਕੋ, ਤੁਸੀਂ ਸਾਡੇ ਨਾਲ ਇਹ ਜਿਹੜੀ ਗੱਲਬਾਤ ਸੁਣਦੇ ਹੋ, ਉਦੋਂ ਬਾਅਦ ਸੱਥਾਂ 'ਚ ਲੈ ਕੇ ਜਾਂਦੇ ਹੋ ਤੇ ਉਦੋਂ ਬਾਅਦ ਤੁਸੀਂ ਉਹ 'ਤੇ ਚਰਚਾ ਕਰਦੇ ਹੋ ਤੇ ਪਬਲਿਕ ਓਪੀਨੀਅਨ ਬਣਦਾ। ਕੱਲ ਸਵੇਰੇ 8:40 ਤੇ ਆਪਾਂ ਫੇਰ ਮਿਲਣਾ। ਖਬਰ ਤੇ ਨਜ਼ਰ ਰਜਿੰਦਰ ਵਾਲੀਆ ਸ਼ੋਅ 'ਚ ਚਰਚਾ ਹੋਏਗੀ ਕੱਲ 5:30 ਵਜੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।